हाँ जी दोस्तों, ਸਿਰਜਣਾਤਮਕ ਸਿੱਖਿਆ ਸੰਸਾਰ ਦੇ ਇਸ ਪਲੇਟਫਾਰਮ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਓ ਗੱਲਾਂ ਕਰੀਏ ਦੇ 60ਵੇਂ ਐਪੀਸੋਡ ਦੇ ਵਿੱਚ ਅੱਜ ਆਪਾਂ ਜੁੜ ਰਹੇ ਹਾਂ। ਅੱਜ ਦਾ ਇਹ ਐਪੀਸੋਡ ਕਈ ਗੱਲਾਂ ਦੇ ਵਿੱਚ, ਕਈ ਮਾਮਲਿਆਂ ਦੇ ਵਿੱਚ ਪਹਿਲਾਂ ਵਾਲੇ ਐਪੀਸੋਡਸ ਦੇ ਨਾਲੋਂ ਵੱਖਰਾ ਹੈ। ਪਿਛਲੇ ਸ਼ਨੀਵਾਰ ਤੋਂ ਆਪਾਂ ਇੱਕ ਪਰੰਪਰਾ ਸ਼ੁਰੂ ਕੀਤੀ ਸੀ ਕਿ ਹੁਣ ਐਡਮਿਨ ਤੋਂ ਬਿਨਾ ਬਾਕੀ ਮੈਂਬਰਸ ਦੇ ਵਿੱਚੋਂ ਵੀ ਕੋਈ ਵੀ ਸਾਥੀ ਕਿਸੇ ਨੂੰ ਲਾਈਵ ਕਰ ਸਕਦਾ ਹੈ। ਤੇ ਉਸੇ ਲੜੀ ਦੇ ਵਿੱਚ ਇਸ ਵਾਰੀ ਅਸੀਂ ਗੈਸਟ ਤੇ ਹੋਸਟ ਨੂੰ ਚੁਣਿਆ ਹੈ। ਅੱਜ ਦੇ ਸਾਡੇ ਗੈਸਟ ਨੇ, ਮਹਿਮਾਨ ਨੇ ਦੀਪਕ ਧਲੇਮਾ। ਦੀਪਕ ਧਲੇਮਾ ਜਿਨ੍ਹਾਂ ਨੂੰ ਹੁਣੇ ਭਾਰਤੀ ਸਾਹਿਤ ਅਕੈਡਮੀ ਦਾ ਯੁਵਾ ਪੁਰਸਕਾਰ ਮਿਲਿਆ, ਇਹਨਾਂ ਦੀ ਪੁਸਤਕ ਮਲਾਹਾਂ ਤੋਂ ਬਿਨਾਂ ਦੇ ਉੱਪਰ ਉਹਨਾਂ ਨਾਲ ਗੱਲਬਾਤ ਕਰਨ ਲਈ ਉਹਨਾਂ ਦੀ ਕੱਦ-ਬੁੱਧ ਦੇ ਸਾਹਿਤਕਾਰ ਸਾਡੇ ਨਾਲ ਨੇ। ਸ਼ਾਇਰ ਸਤਪਾਲ ਭੀਖੀ, ਜਿਨ੍ਹਾਂ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਬਾਲ ਸਾਹਿਤ ਦਾ ਪੁਰਸਕਾਰ ਮਿਲ ਚੁੱਕਿਆ ਹੈ। ਸੋ ਅੱਜ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਜੇਤੂ ਇੱਕ ਸ਼ਾਇਰ ਭਾਰਤੀ ਸਾਹਿਤ ਅਕੈਡਮੀ ਦੇ ਪੁਰਸਕਾਰ ਜੇਤੂ ਦੂਜੇ ਸ਼ਾਇਰ ਨਾਲ ਗੱਲਾਂ ਕਰੇਗਾ। ਤੇ ਇਹਨਾਂ ਗੱਲਾਂ ਦੇ ਵਿੱਚ ਬਹੁਤ ਸਾਰੇ ਵਿਸ਼ਿਆਂ ਤੇ ਗੱਲਬਾਤ ਹੋਏਗੀ। ਦੀਪਕ ਧਲੇਮਾ ਦੀ ਸ਼ਖਸੀਅਤ ਦੀਆਂ ਕਿੰਨੀਆਂ ਪਰਤਾਂ ਨੇ, ਇਹਦੇ ਬਾਰੇ ਤਾਂ ਸਤਪਾਲ ਭੀਖੀ ਗੱਲਾਂ ਕਰੂਗਾ, ਪਰ ਮੈਂ ਸਿਰਫ ਸਵਾਗਤ ਕਰਨ ਵਜੋਂ ਇਹਨਾਂ ਨਾਲ ਮੁੱਢਲੀ ਜੀ ਇੱਕ ਜਾਣ ਪਛਾਣ ਕਰਾਉਂਦਾ ਹੋਇਆ ਇਹਨਾਂ ਦਾ ਸਵਾਗਤ ਕਰਦਾ। ਦੀਪਕ ਧਲੇਮਾ ਜਿੰਨਾ ਸੈਂਸੀਬਲ ਪੋਇਟ ਹੈ, ਉਨਾ ਹੀ ਸੈਂਸੀਬਲ ਇਨਸਾਨ ਹੈ। ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਨਾਲ ਜੂਝਦੇ ਹੋਏ, ਜ਼ਿੰਦਗੀ ਦੇ ਕੌੜੇ ਯਥਾਰਥ ਨਾਲ ਦੋ ਚਾਰ ਹੁੰਦੇ ਹੋਏ, ਜਿਸ ਤਰ੍ਹਾਂ ਇਹਨਾਂ ਨੇ ਆਪਣੇ ਆਪ ਨੂੰ, ਆਪਣੇ ਅਧਿਆਪਨ ਨੂੰ ਤੇ ਆਪਣੀ ਸ਼ਾਇਰੀ ਨੂੰ ਬਚਾ ਕੇ ਰੱਖਿਆ, ਸਾਂਭ ਕੇ ਰੱਖਿਆ, ਤਰਾਸ਼ਿਆ, ਉਹ ਆਪਣੇ ਆਪ ਦੇ ਵਿੱਚ ਹੀ ਬਾਕਮਾਲ ਹੈ। ਕਿਉਂਕਿ ਜ਼ਿੰਦਗੀ ਦੇ ਫਰੰਟ ਤੇ ਇਹਨਾਂ ਨੇ ਬਹੁਤ ਸੰਘਰਸ਼ ਕੀਤਾ, ਅਧਿਆਪਨ ਦੇ ਫਰੰਟ ਤੇ ਇਹਨਾਂ ਨੇ ਬਹੁਤ ਸਾਰਾ ਸੰਘਰਸ਼ ਕੀਤਾ, ਤੇ ਉਸ ਤੋਂ ਉਹਦੇ ਨਾਲ ਆਪਣੀ ਸ਼ਾਇਰੀ ਨੂੰ ਤੇ ਆਪਣੀ ਆਲੋਚਨਾ ਨੂੰ ਬਣਾ ਕੇ ਰੱਖਣਾ ਇਹ ਬੜੀ ਵੱਡੀ ਚੁਣੌਤੀ ਸੀ। ਤੇ ਉਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਦੀਪਕ ਧਲੇਮਾ ਨੇ ਬਹੁਤ ਡੂੰਘੀਆਂ ਪੈੜਾਂ ਸਾਹਿਤ ਦੇ ਖੇਤਰ 'ਚ ਪਾਈਆਂ ਨੇ। ਗਜ਼ਲ ਦੇ ਖੇਤਰ ਦੇ ਵਿੱਚ ਜੇ ਨਵੀਂ ਪੀੜ੍ਹੀ ਦੇ ਗਜ਼ਲਕਾਰਾਂ ਦੇ ਵਿੱਚੋਂ ਕੁਝ ਬੰਦਿਆਂ ਦਾ ਨਾਂ ਲੈਣਾ ਹੋਵੇ ਤਾਂ ਦੀਪਕ ਧਲੇਮਾ ਦਾ ਨਾਂ ਉਹਦੇ ਵਿੱਚ ਆਉਂਦਾ ਹੈ। ਸੋ ਇਹਨਾਂ ਦੀਆਂ ਪੁਸਤਕਾਂ ਮਲਾਹਾਂ ਤੋਂ ਬਿਨਾਂ, ਜਾਂ ਇਸ ਤੋਂ ਪਹਿਲਾਂ ਨਦੀ ਕਲਾਵੇ ਰੇਤ, ਜਾਂ ਇਹਨਾਂ ਦੀਆਂ ਬਾਕੀ ਆਲੋਚਨਾ ਦੀਆਂ ਪੁਸਤਕਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਸਤਪਾਲ ਭੀਖੀ ਦੇ ਨਾਲ ਦੀਪਕ ਧਲੇਮਾ ਦੀ ਗੱਲਬਾਤ ਹੋਣੀ ਹੈ। ਇਹਨਾਂ ਦੀ ਨਜ਼ਰ ਦੇ ਵਿੱਚ ਅਧਿਆਪਨ ਕੀ ਹੈ, ਇਹਨਾਂ ਦੀ ਨਜ਼ਰ ਦੇ ਵਿੱਚ ਜ਼ਿੰਦਗੀ ਕੀ ਹੈ, ਇਹਨਾਂ ਦੀ ਨਜ਼ਰ ਦੇ ਵਿੱਚ ਸ਼ਾਇਰੀ ਕੀ ਹੈ, ਉਹ ਸਾਰੀਆਂ ਗੱਲਾਂ ਕਰਨਗੇ। ਤੇ ਮੈਂ ਦੀਪਕ ਧਲੇਮਾ ਦੇ ਇੱਕ ਸ਼ੇਅਰ ਦੇ ਨਾਲ ਹੀ ਆਪਣਾ ਸਵਾਗਤੀ ਸ਼ਬਦ ਸਮੇਟਦਾ ਹੋਇਆ ਸਤਪਾਲ ਭੀਖੀ ਨੂੰ ਸੱਦਾ ਦੇਵਾਂਗਾ ਕਿ ਉਹ ਦੀਪਕ ਧਲੇਮਾ ਨਾਲ ਖੂਬਸੂਰਤ ਗੱਲਾਂ ਕਰਨਗੇ। ਸਾਡੇ ਨਾਲ ਸਾਡੇ ਐਡਮਿਨ ਪੈਨਲ ਦੇ ਵਿੱਚ ਇੰਦਰਪ੍ਰੀਤ ਧਾਮੀ ਹੋਰੀ ਸ਼ਾਮਲ ਹੋ ਚੁੱਕੇ ਨੇ, ਅਸੀਂ ਉਹਦਾ ਵੀ ਸਵਾਗਤ ਕਰਦੇ ਹਾਂ। ਦੀਪਕ ਧਲੇਮਾ ਇੱਕ ਵਾਰੀ ਲਿਖਦਾ ਹੈ ਕਿ ਇਹ ਮੰਜ਼ਰ ਮੇਰੀਆਂ ਅੱਖਾਂ ਨੂੰ ਮੁੱਦਤ ਬਾਅਦ ਮਿਲਿਆ ਹੈ, ਮਹਿਕ ਦੇ ਨਾਲ ਮੇਰਾ ਨਾਮ ਤੂੰ ਖੱਤ ਦੇ ਵਿੱਚ ਲਿਖਿਆ ਹੈ, ਨਹੀਂ ਗਮ ਜਾਣਦਾ ਉਸਦੇ ਮਗਰ ਇਹ ਚੀਜ਼ ਲੈ ਬੈਠੀ, ਮੈਂ ਸੁਣਿਆ ਹੈ ਕਿ ਉਹ ਮੰਡੀ ਵਿੱਚ ਮਹਿੰਗੇ ਮੁੱਲ ਵਿਕਿਆ ਹੈ, ਮੈਂ ਸੁਣਿਆ ਹੈ ਕਿ ਉਹ ਮੰਡੀ 'ਚ ਮਹਿੰਗੇ ਮੁੱਲ ਵਿਕਿਆ ਹੈ। ਸੋ ਬਹੁਤ ਬਹੁਤ ਸਵਾਗਤ ਦੀਪਕ ਧਲੇਮਾ ਜੀ, ਤੇ ਬਹੁਤ ਬਹੁਤ ਸਵਾਗਤ ਸਤਪਾਲ ਭੀਖੀ ਜੀ। ਸਤਪਾਲ ਭੀਖੀ ਆਪਣਾ ਮਾਈਕ ਔਨ ਕਰ ਲਓ ਜੀ। ਹਾਜ਼ਰੀਨ ਦੋਸਤੋ, ਬਹੁਤ ਹੀ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਦੀਪ ਜੀ ਤੇ ਸਿਰਜਣਾਤਮਕ ਦੁਨੀਆ ਦੇ ਸਿਰਜਕੋ, ਆਦਾਬ। ਦੀਪਕ ਧਲੇਮਾ ਨਾਲ ਗੱਲ ਕਰਨ ਤੋਂ ਪਹਿਲਾਂ ਮੈਨੂੰ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਬੂਟਾ ਸਿੰਘ ਚੌਹਾਨ ਦਾ ਇੱਕ ਸ਼ੇਅਰ ਯਾਦ ਆ ਰਿਹਾ। ਉਹਨਾਂ ਦੀਆਂ ਦੋ ਸਤਰਾਂ ਨੇ ਕਿ ਸਲੀਕਾ ਸ਼ਾਇਰੀ ਤੇ ਸੂਝ ਜੀਣਾ, ਸਲੀਕਾ ਸ਼ਾਇਰੀ ਤੇ ਸੂਝ ਜੀਣਾ, ਇਹ ਚਾਰੋਂ ਆਉਣ ਅਕਸਰ ਵਕਤ ਪਾ ਕੇ। ਤਾਂ ਦੋਸਤੋ, ਜਿਹੜੀ ਸ਼ਾਇਰੀ ਹੈ, ਸਲੀਕਾ ਹੈ, ਜੀਵਨ ਦੀ ਸੂਝ ਹੈ, ਤੇ ਜੀਣਾ ਕਿਵੇਂ ਹੈ, ਇਹ ਬੜੀ ਮੁਸ਼ਕਲ ਨਾਲ ਮਿਲਦੇ ਨੇ। ਔਰ ਜਿਨ੍ਹਾਂ ਨੂੰ ਇਹ ਮਿਲ ਜਾਂਦਾ ਤਾਂ ਉਹ ਕੁਛ ਕਰ ਗੁਜ਼ਰਦੇ ਨੇ। ਉਮਰ ਲੱਗ ਜਾਂਦੀ ਹੈ ਸ਼ਾਇਰੀ ਲਈ, ਸਲੀਕੇ ਲਈ। ਪਰ ਜਿਹੜਿਆਂ ਨੂੰ ਪਹਿਲਾਂ ਹੀ ਪ੍ਰਾਪਤ ਹੋ ਜਾਂਦਾ
ਤਾਂ ਉਹ ਮੈਂ ਕਹਿੰਦਾ ਵੀ ਖੁਸ਼ਕਿਸਮਤ ਹੁੰਦੇ ਨੇ। ਤੇ ਉਹਨਾਂ ਖੁਸ਼ਕਿਸਮਤ ਲੋਕਾਂ ਦੇ ਵਿੱਚ ਮੈਂ ਦੀਪਕ ਦਲੇਮਾ ਨੂੰ ਸ਼ਾਮਲ ਕਰਦਾ ਕਿ ਛੋਟੀ ਉਮਰ ਦੇ ਵਿੱਚ ਮੈਂ ਦੀਪਕ ਦਲੇਮਾ ਨੂੰ ਲਗਭਗ 18-19 ਸਾਲ ਦੀ ਉਮਰ ਤੋਂ ਜਾਣਦਾ। ਭੀਖੀ ਇਹਦੇ ਨਾਨਕੇ ਮੇਰੇ ਗੁਆਂਢ ਦੇ ਵਿੱਚ ਹੈਗੇ ਨੇ ਤੇ ਜੀਵਨ ਮੇਰਾ ਦੋਸਤ, ਉਹਦੇ ਰਾਹੀਂ ਮੈਂ ਦੀਪਕ ਨੂੰ ਜਾਣਿਆ। ਔਰ ਇਹਨਾਂ ਦੇ ਮਾਤਾ ਜੀ 2 ਪ੍ਰਾਇਮਰੀ ਟੀਚਰ ਸੀਗੇ ਤੇ ਉਹ ਬੈੱਡ ਤੇ ਨੇਗੇ ਤੇ ਫਾਦਰ ਵੀ ਲਗਭਗ ਨਾ ਮਾਤਰ ਕੰਮ ਕਰ ਸਕਦੇ ਨੇ। ਤਾਂ ਸਭ ਤੋਂ ਪਹਿਲਾਂ ਜਿਹੜੀ ਦੀ ਸਟਰਗਲ ਸ਼ੁਰੂ ਹੁੰਦੀ ਹੈ, ਸੰਘਰਸ਼ ਸ਼ੁਰੂ ਹੁੰਦਾ ਹੈ, ਤਾਂ ਇੱਕ ਸਰਵਣ ਪੁੱਤ ਵਰਗਾ ਮੈਨੂੰ ਲੱਗਦਾ। ਅਸਲ ਵਿੱਚ ਸ਼ਾਇਰੀ ਆਉਂਦੀ ਕਿੱਥੋਂ ਹੈ, ਉਹਦੇ ਸਰੋਤ ਕੀ ਨੇ, ਉਹਦੀ ਸਮਝ ਕਿੱਥੋਂ ਬਣਦੀ ਹੈ, ਇਹ ਜੀਵਨ ਦੇ ਵਿੱਚੋਂ ਸੰਘਰਸ਼ ਤੋਂ ਬਣਦੀ ਹੈ। ਤਾਂ ਮੈਨੂੰ ਸਭ ਤੋਂ ਵੱਡੀ ਗੱਲ ਇਹ ਲੱਗਦੀ ਕਿ ਜਿਹੜੀ ਸ਼ਾਇਰੀ, ਜਿਹੜੇ ਸ਼ਬਦ, ਜਿਹੜੀ ਸਮਝ, ਜਿਹੜੇ ਖਿਆਲ ਦੀਪ ਕੋਲੇ ਆ ਰਹੇ ਨੇ, ਉਹਦਾ ਇੱਕ ਬਹੁਤ ਡੂੰਘਾ ਸਰੋਤ ਹੈ, ਉਹਦੇ ਬਹੁਤ ਡੂੰਘੇ ਸਰੋਕਾਰ ਨੇ। ਆਪਾਂ ਕਹਿੰਦੇ ਕਿ ਮਿੱਟੀ ਨਾਲ ਜਿਹੜਾ ਬੰਦਾ ਜੁੜਿਆ ਹੁੰਦਾ ਉਹ ਉਹਦੇ ਵਿੱਚੋਂ ਫੁੱਲ ਖਿਲਾ ਲੈਂਦਾ ਹੈ। ਤਾਂ ਇਹ ਕਈ ਥਾਵਾਂ ਤੇ ਇਸ ਤਰ੍ਹਾਂ ਜੁੜਿਆ ਹੋਇਆ। 2010 ਦੇ ਵਿੱਚ ਦੀਪਕ ਦਲੇਮਾ ਦੀ ਪਹਿਲੀ ਕਿਤਾਬ ਆਉਂਦੀ ਹੈ ਨਦੀ ਕਲਾਵੇ ਰੇਤ। ਇਸ ਸ਼ਾਇਰੀ ਦੀ ਆਮਦ ਦੇ ਨਾਲ ਦੀਪਕ ਦਲੇਮਾ ਵੀ ਨਾਲ ਦੀ ਨਾਲ ਸਾਡੇ ਸਾਹਮਣੇ ਆਉਂਦਾ। ਪੰਜਾਬੀ ਗਜ਼ਲ ਦੇ ਵਿੱਚ ਇਸ ਕਿਤਾਬ ਦਾ ਸ਼ੁਮਾਰ ਹੋਇਆ, ਜ਼ਿਕਰ ਹੋਇਆ ਔਰ ਇਸ ਜਿਹੜੀ ਸ਼ਾਇਰੀ ਹੈ ਕੋਟ ਕੀਤੀ ਜਾਣ ਲੱਗੀ। ਔਰ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਦੂਸਰੀ ਕਿਤਾਬ ਹੈ ਮਲਾਹਾਂ ਤੋਂ ਬਿਨਾਂ, ਉਹ ਕਿਤਾਬ ਵੀ ਕਾਫੀ ਚਰਚਿਤ ਹੋਈ। ਉਸਨੇ ਪੁਰਾਣੀ ਕਵਿਤਾ, ਪੁਰਾਣੀ ਗਜ਼ਲ ਨੂੰ ਨਵਿਆਇਆ, ਨਦੀ ਕਲਾਵੇ ਰੇਤ ਨੂੰ। ਤਾਂ ਇਸ ਰਚਨਾ ਨੇ ਆਪਣਾ ਅਜਿਹਾ ਅਸਰ ਕੀਤਾ ਕਿ ਪਾਠਕਾਂ ਦੇ ਵਿੱਚ, ਵਿਦਵਾਨਾਂ ਦੇ ਵਿੱਚ, ਆਲੋਚਕਾਂ ਦੇ ਵਿੱਚ ਇਹਦਾ ਵਧੀਆ ਜ਼ਿਕਰ ਹੋਇਆ। ਤਾਂ ਭਾਰਤੀ ਸਾਹਿਤ ਅਕਾਦਮੀ ਦਾ ਜਿਹੜਾ ਪਿਛਲੇ ਸਾਲ ਦਾ ਪੁਰਸਕਾਰ ਹੈ ਉਹ ਦੀਪਕ ਦਲੇਮਾ ਦੀ ਇਸ ਪੁਸਤਕ ਨੂੰ ਮਿਲਿਆ। ਔਰ 17 ਅਕਤੂਬਰ 2021 ਨੂੰ ਬੰਗਲੌਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਨਮਾਨ ਲੈ ਕੇ ਆਇਆ। ਔਰ ਮਾਣ ਵਾਲੀ ਗੱਲ ਇਹ ਹੈ ਕਿ ਇਹਨੂੰ ਇਨਾਮ ਮਿਲਣਾ, ਪੰਜਾਬੀ ਗਜ਼ਲ ਦੇ ਜਿਹੜੇ ਤੇਵਰ ਨੇ ਉਹਨੇ ਅੱਗੇ ਜਾਣਾ, ਮਾਨਸਾ ਦੀ ਮਿੱਟੀ ਦੇ ਵਿੱਚ ਇੱਕ ਹੋਰ ਫੁੱਲ ਖਿੜਨਾ। ਤਾਂ ਇੱਕ ਖੁਸ਼ੀ ਮੈਨੂੰ ਇਹ ਵੀ ਹੈ ਕਿ ਸਿਰਜਣਾਤਮਕ ਸਿੱਖਿਆ ਦੇ ਦੋਸਤਾਂ ਨੇ ਦੀਪਕ ਦਲੇਮਾ ਨੂੰ ਚੁਣ ਕੇ ਜਿੱਥੇ ਦੀਪਕ ਦਾ ਮਾਣ ਵਧਾਇਆ, ਉੱਥੇ ਇਹਨਾਂ ਦਾ ਜਿਹੜਾ ਐਪੀਸੋਡ ਹੈ ਉਹਦੇ ਲਈ ਵੀ ਇਹ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਜਿਹੜੀ ਚੋਣ ਹੈ ਬਹੁਤ ਦਰੁਸਤ ਹੈ। ਕਿਉਂਕਿ ਦੀਪਕ ਸਿਰਫ ਗਜ਼ਲ ਹੀ ਨਹੀਂ, ਸਿਰਫ ਪਰਿਵਾਰਕ ਪੱਖੋਂ ਹੀ ਪਰਪੱਕ ਨਹੀਂ, ਇਹਦੀ ਜਿਹੜੀ ਸਮਝ ਹੈ ਇਹਦੀ ਆਲੋਚਨਾ ਦੇ ਵਿੱਚੋਂ ਵੀ ਬੋਲਦੀ ਹੈ। ਔਰ ਪੰਜਾਬੀ ਦੇ ਪ੍ਰਬੁੱਧ ਸ਼ਾਇਰ, ਬਹੁਤ ਡੂੰਘੇ ਸ਼ਾਇਰ, ਜਿਹਨੇ ਆਪਾਂ ਕਹਿੰਦੇ ਮਲਟੀ ਡਾਈਮੈਂਸ਼ਨ ਸ਼ਾਇਰੀ ਦੇ ਜਿਹੜੇ ਪ੍ਰਤੀਕ ਨੇ, ਬਾਬਾ ਜਗਤਾਰ, ਉਹਨਾਂ ਦੀ ਇਹਨਾਂ ਨੇ ਕੰਮ ਕੀਤਾ ਗਜ਼ਲ ਤੇ। ਔਰ ਹੋਰ ਵੀ ਵੱਡੀ ਗੱਲ ਕਿ ਸੁਖਦੇਵ ਸਿੰਘ ਸਿਰਸਾ ਵਰਗੀ ਵੱਡੀ ਸ਼ਖਸੀਅਤ, ਜਿਨ੍ਹਾਂ ਦਾ ਪੰਜਾਬੀ ਆਲੋਚਨਾ ਦੇ ਵਿੱਚ, ਪੰਜਾਬੀ ਗਜ਼ਲ ਨੂੰ, ਕਵਿਤਾ ਨੂੰ ਸਮਝਣ ਦੇ ਵਿੱਚ ਜੋ ਵੱਡਾ ਯੋਗਦਾਨ ਹੈ, ਮੈਂ ਕਹਿੰਦਾ ਕਿ ਉਹ ਜੇ ਗਿਣਨੇ ਹੋਣ ਤਾਂ ਕੁਝ ਚੁਣਵੇਂ ਆਲੋਚਕਾਂ ਦੇ ਵਿੱਚ ਆਉਂਦੇ ਨੇ। ਉਹਨਾਂ ਕੋਲੋਂ ਕੰਮ ਕਰਨਾ, ਉਹਨਾਂ ਦੇ ਨਾਲ PhD ਕਰਨੀ, ਇਹਦਾ ਜਿਹੜਾ ਸ਼ਰਫ ਉਹ ਦੀਪਕ ਦਲੇਮਾ ਨੂੰ ਹਾਸਲ ਹੈ। ਔਰ ਇੱਕ ਇਹਨਾਂ ਦੀ ਆਲੋਚਨਾ ਦੀ ਕਿਤਾਬ ਕਾਫੀ ਚਰਚਿਤ ਹੋਈ ਸੀ, ਸਮਕਾਲੀ ਪੰਜਾਬੀ ਕਵਿਤਾ ਪਾਠਗਤ ਸਮੀਖਿਆ। ਇਹਦੇ ਵਿੱਚ ਇਹਨਾਂ ਨੇ ਮਤਲਬ ਪੰਜਾਬੀ ਸ਼ਾਇਰੀ ਨੂੰ ਕਈ ਕੋਣਾਂ ਤੋਂ ਪਰਖਿਆ, ਇਹਨਾਂ ਨੇ ਕਈ ਨਵੇਂ ਪ੍ਰਯੋਗ ਕੀਤੇ। ਉਹ ਕਿਤਾਬ ਵੀ ਇਹਨਾਂ ਦੀ ਕਾਫੀ ਚਰਚਿਤ ਰਹੀ। ਤੇ ਜਗਤਾਰ ਕਾਵ, ਸੰਵੇਦਨਾ ਤੇ ਸੰਵਾਦ, ਇਹ ਕਿਤਾਬ ਹੈ ਜਿਹੜੀ ਜਗਤਾਰ ਦੀ ਸ਼ਾਇਰੀ ਬਾਰੇ ਇਹਨਾਂ ਨੇ ਕੀਤੀ। ਔਰ ਜਗਤਾਰ ਬਾਰੇ ਇਹਨਾਂ ਦਾ ਜਿਹੜਾ PhD ਦਾ ਥੀਸਿਸ ਸੀਗਾ, ਡਾਕਟਰ ਜਗਤਾਰ ਦੀ ਗਜ਼ਲ ਚੇਤਨਾ। ਤੋਂ ਇਹਨਾਂ ਦੀ ਉਹ ਮਿਹਨਤ ਰੰਗ ਲਈ ਕਿ ਅੱਜ ਇਹ ਮਲਤਾਨੀ ਮਲ ਮੋਦੀ ਕਾਲਜ ਦੇ ਵਿੱਚ ਪ੍ਰਾਧਿਆਪਕ ਲੱਗੇ ਹੋਏ ਨੇ ਤੇ ਇਸ ਵਕਤ ਸਾਡੇ ਰੂਬਰੂ ਨੇ। ਦੀਪਕ, ਤੁਹਾਡਾ ਸਵਾਗਤ ਹੈ। ਸ਼ੁਕਰੀਆ ਸਤਪਾਲ ਜੀ, ਸ਼ੁਕਰੀਆ ਡਾਕਟਰ ਕੁਲਦੀਪ ਜੀ। ਹਾਂ ਦੀਪਕ, ਆਪਾਂ ਨੇ ਗੱਲਾਂ ਕਰਨੀਆਂ ਨੇ। ਜੇ ਕੋਈ ਸਵਾਲ ਮਿੱਤਰਾਂ ਦਾ ਆਉਂਦਾ, ਤੁਸੀਂ ਦੇਖਦੇ ਰਹੋ ਸਕਰੀਨ ਤੇ, ਤਾਂ ਆਪਾਂ ਉਹਨਾਂ ਗੱਲਾਂ ਦੇ ਵੀ ਜਵਾਬ ਦੇਵਾਂਗੇ। ਤਾਂ ਮੈਂ ਸਮਝਦਾ ਕਿ ਜਦੋਂ ਤੁਸੀਂ ਮੋਹਾਲੀ 에ਅਰਪੋਰਟ ਤੇ ਸਨਮਾਨ ਲੈ ਕੇ ਉਤਰੇ ਸੀ ਤਾਂ ਉਹ ਸਾਨੂੰ ਮਾਣ ਮਿਲਿਆ ਕਿ ਤੁਹਾਨੂੰ ਲੈ ਕੇ ਆਏ। ਔਰ ਜਦੋਂ ਪਟਿਆਲੇ 'ਚ ਤੁਸੀਂ ਪ੍ਰਵੇਸ਼ ਕੀਤਾ ਤਾਂ ਇੱਥੇ ਵੀ ਸਾਨੂੰ ਮਾਣ ਮਿਲਿਆ ਕਿ ਡਾਕਟਰ ਕੁਲਦੀਪ ਦੀ ਹੋਰਾਂ ਦੀ, ਇਸ ਤੋਂ ਬਿਨਾਂ ਡਾਕਟਰ ਸੁਰਜੀਤ ਸਿੰਘ, ਕਿਰਪਾਲ ਕਜ਼ਾਕ, ਤੁਹਾਡਾ ਸਵਾਗਤ ਕੀਤਾ। ਮੈਨੂੰ ਲੱਗਦਾ ਕਿ ਉਹ ਸਵਾਗਤ ਤੁਹਾਡੇ ਵਜੂਦ ਦਾ ਨਹੀਂ ਸੀ,
ਤੁਹਾਡੀ ਸ਼ਾਇਰੀ ਦਾ ਸੀਗਾ, ਤੇ ਤੁਸੀਂ ਇਹ ਜਿਹੜਾ ਮਾਣ ਪ੍ਰਾਪਤ ਕੀਤਾ, ਇਹ ਤੁਸੀਂ ਕੀ ਮਹਿਸੂਸ ਕਰਦੇ ਹੋ? ਸਤਪਾਲ ਜੀ, ਜਿਸ ਦਿਨ ਅਵਾਰਡ ਅਨਾਉਂਸ ਹੁੰਦਾ ਗਾ ਮਾਰਚ ਦੇ ਵਿੱਚ, ਹੂੰ ਤਾਂ ਉਹ ਮੇਰੇ ਲਈ ਬਹੁਤ ਖੁਸ਼ੀ ਵਾਲੀ ਤੇ ਅਚੰਭੇ ਵਾਲੀ ਗੱਲ ਸੀ। ਹੂੰ ਪਹਿਲੀ ਵਾਰ ਕਿਸੇ ਸਨਮਾਨ ਦਾ ਮਿਲਣਾ, ਤੇ ਉਹ ਵੀ ਇੰਨੇ ਵੱਡੇ ਸਨਮਾਨ ਦਾ ਮਿਲਣਾ, ਮੈਨੂੰ ਖੁਸ਼ੀ ਦਿੰਦਾ, ਤੇ ਖੁਸ਼ੀ ਦੇ ਨਾਲ ਨਾਲ ਇਸ ਜ਼ਿੰਮੇਵਾਰੀ ਦਾ ਅਹਿਸਾਸ ਵੀ ਵਧਾਉਂਦਾ ਕਿ ਹੁਣ ਜੋ ਕਰ ਚੁੱਕੇ ਆ, ਜੋ ਕੀਤਾ, ਜਿੰਨਾ ਕੁ ਕੀਤਾ, ਉਸ ਤੋਂ ਅੱਗੇ ਤੁਰਨਾ ਲਾਜ਼ਮੀ ਹੈ। ਹੂੰ ਉਸ ਅੱਗੇ ਤੁਰਨ ਲਈ ਹੋਰ ਪੜ੍ਹਨਾ, ਹੋਰ ਅਧਿਐਨ ਕਰਨਾ, ਤੇ ਉਹ ਗਜ਼ਲ ਦੇ ਖੇਤਰ ਦੇ ਵਿੱਚ ਹੋਰ ਬਾਰੀਕ ਹੋਣਾ, ਗਜ਼ਲ ਦੇ ਸ਼ੇਅਰਾਂ ਪ੍ਰਤੀ ਹੋਰ ਸੰਜੀਦਾ ਹੋਣਾ, ਹੁਣ ਇੱਕ ਜ਼ਿੰਮੇਵਾਰੀ ਬਣ ਗਈ ਹੈ। ਉਸ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੋਇਆਂ ਅਧਿਐਨ ਦੇ ਨਾਲ ਜੁੜਨਾ, ਨਵੀਆਂ ਲੀਹਾਂ ਵੱਲ ਤੁਰਨਾ, ਇਹ ਅਹਿਸਾਸ ਮੈਨੂੰ ਬੜੀ ਸ਼ਿੱਦਤ ਨਾਲ ਹੋਇਆ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ ਮੈਂ ਸਨਮਾਨ ਲੈ ਕੇ ਪਿਛਲੇ ਦਿਨੀ ਮੋਹਾਲੀ ਉਤਰਿਆ, ਤੁਸੀਂ ਮੈਨੂੰ ਲੈ ਕੇ ਆਏ ਤੇ ਪਟਿਆਲਾ, ਜਿਹੜੇ ਮੇਰੇ ਵੱਡੇ, ਮੇਰੇ ਤੋਂ ਵੱਡੇ ਵੀ ਸੀ ਕੁਛ, ਉਹਨਾਂ ਦੇ ਵਿੱਚ ਤੇ ਕੁਛ ਮੇਰੇ ਦੋਸਤ ਵੀ ਸੀ, ਉਹ ਮੈਨੂੰ ਮਿਲੇ, ਤਾਂ ਉਹ ਮੇਰੇ ਲਈ ਇੱਕ ਹੈਰਾਨੀ ਵਾਲੀ ਗੱਲ ਵੀ ਸੀ, ਕਿਉਂਕਿ ਸਾਰਾ ਕੁਝ ਬਿਨਾਂ ਦੱਸਿਆ ਵਾਪਰ ਗਿਆ ਕਿ ਅੱਗੇ ਕੁਛ ਇਹ ਹੋਣ ਵਾਲਾ। ਮੈਨੂੰ 에ਅਰਪੋਰਟ ਤੋਂ ਲਿਆਉਂਦਿਆਂ ਹੋਇਆ ਸਤਪਾਲ ਹੋਰਾਂ ਨੇ ਸਿਰਫ ਇੰਨਾ ਹੀ ਦੱਸਿਆ ਸੀ ਕਿ ਆਪਾਂ ਘਰ ਚੱਲਦੇ ਹਾਂ ਤੇ ਰਸਤੇ 'ਚ ਚਾਹ ਪਾਣੀ ਪੀ ਕੇ ਤੁਹਾਨੂੰ ਘਰੇ ਛੱਡ ਦੇਣਾ। ਪਰ ਜਦੋਂ ਅਰਬਨ ਸਟੇਟ ਪਹੁੰਚੇ ਤਾਂ ਉੱਥੇ ਡਾਕਟਰ ਕਿਰਪਾਲ ਕਜ਼ਾਕ, ਡਾਕਟਰ ਸੁਰਜੀਤ, ਡਾਕਟਰ ਸੁਮੀਤ ਸ਼ੰਮੀ, ਡਾਕਟਰ ਕੁਲਦੀਪ ਦੀਪ, ਲక్ష్ਮੀ ਨਾਰਾਇਣ ਭੀਖੀ ਜੀ, ਤੇ ਹੋਰ ਮਤਲਬ ਕਿ ਦੋਸਤ ਤੇ ਆਪਣੇ ਤੋਂ ਵੱਡੇ ਜਦੋਂ ਮੈਂ ਦੇਖੇ, ਤਾਂ ਮੈਨੂੰ ਬੜੀ ਹੈਰਾਨੀ ਹੋਈ, ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ ਜਾਂ ਮੈਂ ਕੀ ਮਹਿਸੂਸ ਕਰ ਰਿਹਾ ਸੀ ਉਸ ਵੇਲੇ। ਉਸ ਦਾ ਉਸਨੂੰ ਮੈਂ ਸ਼ਬਦਾਂ ਦੇ ਵਿੱਚ ਤਾਂ ਨਹੀਂ ਦੱਸ ਸਕਦਾ, ਕਿਉਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਹਾਰ ਸੀ ਤੇ ਜਿਹੜੇ ਉਹਨਾਂ ਨੇ ਮੇਰੇ ਗਲ ਦੇ ਵਿੱਚ ਪਾਏ, ਹੁਣ ਮੈਂ ਉਹਨੂੰ ਤੁਹਾਨੂੰ ਆਨਲਾਈਨ ਕਿਵੇਂ ਦੱਸਾਂ ਕਿ ਸੁਰਜੀਤ ਸਰ ਨੇ ਮੈਨੂੰ ਇੱਕੋ ਹੀ ਵਾਕ ਦੇ ਵਿੱਚ ਕਿਹਾ ਕਿ ਤੈਨੂੰ ਸਮਝ ਹੀ ਨਹੀਂ ਲੱਗ ਰਹੀ ਇਸ ਤਰ੍ਹਾਂ ਕਰਦਿਆਂ ਕਰਵਾਉਂਦਿਆਂ। ਤਾਂ ਮੈਂ ਸਰ ਨੂੰ ਦੱਸਿਆ ਵੀ ਲੱਗ ਤਾਂ ਸਰ ਬਹੁਤ ਰਹੀ ਹੈ, ਪਰ ਬਿਨਾਂ ਦੱਸੇ ਕਰ ਦਿੱਤਾ ਹੀ ਸਾਰਾ ਕੁਛ, ਹੁਣ ਕੁਛ ਨਹੀਂ ਕੀਤਾ ਜਾ ਸਕਦਾ। ਤਾਂ ਇਹ ਖੁਸ਼ੀ ਦੇ, ਹੈਰਾਨੀ ਦੇ ਮਿਲੇ ਜੁਲੇ ਅਹਿਸਾਸ ਸੀ ਜਿਹੜੇ ਮੈਂ ਉਸ ਸਮੇਂ ਮਹਿਸੂਸ ਕਰ ਰਿਹਾ ਸੀ। ਦੀਪਕ, ਜਿਵੇਂ ਭਾਰਤੀ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰਾਂ ਦੀ ਗੱਲ ਕਰਾਂ, ਮੈਨੂੰ ਲੱਗਦਾ ਜਿਹੜਾ ਪਹਿਲਾ ਅਵਾਰਡ ਸੀਗਾ ਉਹ ਅੰਮ੍ਰਿਤਵੀਰ ਦੀ ਪ੍ਰਭਾਤ ਵੇਲਾ ਸ਼ਾਇਦ ਕਿਤਾਬ ਸੀ, ਉਹਨੂੰ ਮਿਲਿਆ ਸੀ, ਕਾਵਿ ਸੰਗ੍ਰਹਿ ਨੂੰ। ਪਰਮਵੀਰ ਸਿੰਘ ਦੀ ਅੰਮ੍ਰਿਤ ਵੇਲਾ ਸੀ, ਅੰਮ੍ਰਿਤ ਵੇਲਾ ਸੀਗੀ। ਔਰ ਉਸ ਤੋਂ ਪਰਮਵੀਰ ਬਾਅਦ, ਸਿੰਘ ਜੀ। ਹਾਂ, ਤੇ ਉਸ ਤੋਂ ਬਾਅਦ ਪ੍ਰਗਟ ਸਤੌਜ ਦੇ ਨਾਵਲ ਤੀਵੀਆਂ ਨੂੰ ਇਹ ਅਵਾਰਡ ਮਿਲਿਆ। ਫਿਰ ਮਾਨਸਾ ਦੇ ਆਪਣੇ ਨਾਲ ਹੀ ਖਿਆਲਾ ਪਿੰਡ ਹੈ, ਹਰਮਨ ਰਾਣੀ ਦੱਤ, ਉਹਨੂੰ ਇਹ ਸਨਮਾਨ ਮਿਲਿਆ। ਯਾਦਵਿੰਦਰ ਸਿੱਧੂ ਦੇ ਨਾਵਲ ਨੂੰ ਸਨਮਾਨ ਮਿਲਿਆ, ਹਨਾ। ਤੇ ਤੇਰਾ ਗਜ਼ਲ ਗੋ ਮਿੱਤਰ, ਆਪਣਾ ਸਾਂਝਾ ਮਿੱਤਰ ਰਣਜੀਤ ਸਰਾਂ ਵਾਲੀ, ਪਾਣੀ ਉੱਤੇ ਮੀਨਾਕਾਰੀ, ਉਹ ਖੂਬਸੂਰਤ ਪੁਸਤਕ ਦੇ, ਉਹਨੂੰ ਸਨਮਾਨ ਮਿਲਿਆ। ਐਸੇ ਤੇਰੀ ਸਹਿਜੀ, ਹਰਪ੍ਰੀਤ ਕੌਰ ਤੇ ਹੋਰ ਮਤਲਬ ਸ਼ਾਇਰਾਂ ਨੂੰ ਸਨਮਾਨ ਮਿਲਿਆ। ਜਦੋਂ ਤੂੰ ਇਹਨਾਂ ਸ਼ਾਇਰਾਂ ਨੂੰ ਮਹਿਸੂਸ ਕਰਦਾ, ਦੇਖਦਾ, ਇਹਨਾਂ ਕਿਤਾਬਾਂ ਨੂੰ ਪੜ੍ਹਦਾ, ਤਾਂ ਕਿਉਂਕਿ ਹੁਣ ਤੈਨੂੰ ਸਨਮਾਨ ਮਿਲਿਆ, ਤਾਂ ਇਹਨਾਂ ਦੀਆਂ ਦੀ ਜਿਹੜੀ ਸ਼ਾਇਰੀ ਹੈ ਜਾਂ ਰਚਨਾਵਲੀ ਹੈ, ਉਹਨੂੰ ਜਦੋਂ ਦੀਪਕ ਧਲੇਮਾ ਉਹਦੇ ਸੰਬੰਧਿਤ ਵੇਖਦਾ, ਮਹਿਸੂਸਦਾ, ਤਾਂ ਪੜ੍ਹੇ ਲਿਖੇ ਉਹਨਾਂ ਕਿਤਾਬਾਂ ਦੇ ਵਿੱਚੋਂ ਕੀ ਲੱਗਦਾ ਤੈਨੂੰ ਕਿ ਇਹ ਜਿਹੜੀ ਇਹ ਕਿਤਾਬ ਹੈ, ਇਹਦਾ ਜਿਹੜਾ ਮਾਪਦੰਡ ਹੈ ਜਾਂ ਜਿਹੜੀ ਦੀ ਰਚਨਾ, ਜਿਹੜੀ ਦੇ ਅਹਿਸਾਸ ਨੇ, ਉਹ ਕਿਸ ਤਰ੍ਹਾਂ ਦੇ ਹੈਗੇ ਨੇ? ਸਤਪਾਲ ਜੀ, ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਵੀ ਰਚਨਾ ਨੂੰ, ਕਿਸੇ ਵੀ ਕਿਤਾਬ ਨੂੰ ਕੋਈ ਸੰਸਥਾ ਇਨਾਮ ਦਿੰਦੀ ਹੈ, ਤਾਂ ਉਹ ਵਾਕਈ ਉਸਦੇ ਕਾਬਿਲ ਹੁੰਦੀ ਹੋਏਗੀ, ਤਾਂ ਹੀ ਉਹ ਇਨਾਮ ਦਿੰਦੀ ਹੋਏਗੀ। ਤੇ ਬਾਕੀ ਮੇਰਾ ਆਪਣਾ ਮਤ ਹੋ ਸਕਦਾ ਜਾਂ ਮੇਰੀ ਆਪਣੀ ਸੀਮਾ ਹੋ ਸਕਦੀ ਹੈ ਕਿ ਰਾਣੀ ਤੱਤ ਬਾਰੇ ਮੈਂ ਹੁਣੇ ਤੁਹਾਡੇ ਦੁਆਰਾ ਚਲਾਏ ਜਾ ਰਹੇ ਮੈਗਜ਼ੀਨ ਤਾਸਮਨ ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀ, ਜਿਸ ਦੇ ਵਿੱਚ ਮੈਂ ਉਹਦੀਆਂ ਸੀਮਾਵਾਂ ਤੇ ਜੋ ਉਸ ਵਿੱਚ ਹੈ, ਜੋ ਉਸਦੀਆਂ ਸੰਭਾਵਨਾਵਾਂ ਨੇ, ਉਹਨਾਂ ਬਾਰੇ ਖੁੱਲ ਕੇ ਗੱਲ ਕੀਤੀ ਸੀ। ਇਸ ਤੋਂ ਇਲਾਵਾ ਰਣਜੀਤ ਸਰਾਂ ਵਾਲੀ ਦੀ ਕਿਤਾਬ ਪਾਣੀ ਉੱਤੇ ਮੀਨਾਕਾਰੀ ਮੈਂ ਇੱਕ ਵਾਰ ਨਹੀਂ, ਕਈ ਵਾਰ ਪੜ੍ਹੀ ਹੈ, ਤੇ ਮੈਨੂੰ ਬਹੁਤ ਪਿਆਰੀ ਕਿਤਾਬ ਲੱਗਦੀ ਹੈ। ਤੇ ਦੂਸਰੀਆਂ ਜਿਹੜੀਆਂ ਤੁਸੀਂ ਗੱਲ ਕੀਤੀ ਬਲੌਰਾ ਨਾਵਲ ਦੀ, ਜਾਂ ਯਾਦਵਿੰਦਰ ਸਿੱਧੂ ਵਕਤ ਬੀਤਿਆ ਨਹੀਂ, ਉਹ ਨਾਵਲ ਮੈਂ ਦੋਵੇਂ ਨਹੀਂ ਪੜ੍ਹੇ। ਜਾਂ ਮੈਂ, ਇਹ ਮੇਰੀ ਆਪਣੀ ਸੀਮਾ ਹੋ ਸਕਦੀ ਹੈ ਕਿ ਮੈਂ ਉਹ ਦੋਵੇਂ ਨਾਵਲ ਨਹੀਂ ਪੜ੍ਹੇ, ਜਾਂ ਇਹ ਹੋ ਸਕਦਾ ਮੈਂ ਉਹਨਾਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਸਮਝੀ।
ਹੂੰ ਤੇ ਆਪਣੇ ਆਪ ਨੂੰ ਜਿਹੜਾ ਮੇਰਾ ਕਿਤੇ ਸਟੈਂਡ ਕਰਨਾ, ਉਹ ਮੈਂ ਨਹੀਂ ਦੇਖਣਾ, ਉਹ ਪਾਠਕਾਂ ਨੇ ਦੇਖਣਾ, ਉਹ ਤੁਸੀਂ ਦੇਖਣਾਗਾ, ਮੇਰੇ ਤੋਂ ਵੱਡਿਆਂ ਨੇ ਦੇਖਣਾ ਕਿ ਮੇਰੀ ਕਿਤਾਬ ਉਹਨਾਂ ਦੇ ਵਿੱਚ ਕਿੱਥੇ ਸਟੈਂਡ ਕਰਦੀ ਹੈ। ਕਿਉਂਕਿ ਇੱਕ ਰਾਈਟਰ ਆਪਣੀ ਕਿਤਾਬ ਬਾਰੇ ਖੁਦ ਨਿਰਣਾ ਨਹੀਂ ਕਰ ਸਕਦਾ ਕਿ ਉਹ ਕਿੱਥੇ ਖੜਾ। ਉਹ ਨਿਰਣਾ ਉਸਦੇ ਪਾਠਕਾਂ ਨੇ ਕਰਨਾ ਹੁੰਦਾ, ਉਸਦੇ ਅਧਿਆਪਕਾਂ ਨੇ ਕਰਨਾ ਹੁੰਦਾ, ਜਾਂ ਉਸ ਤੋਂ ਵੱਡਿਆਂ ਨੇ ਕਰਨਾ ਹੁੰਦਾ। ਠੀਕ ਹੈ। ਮੈਂ ਪਹਿਲਾਂ ਕਿਹਾ ਸੀ ਵੀ ਤੁਸੀਂ ਕੀ ਮਹਿਸੂਸ ਕਰਦੇ ਹੋ। ਹੁਣ ਮੇਰਾ ਸਵਾਲ ਇਹਦੇ ਨਾਲ ਹੀ ਜੁੜਦਾ, ਇਹਦੇ ਵਰਗਾ ਹੀ ਸਵਾਲ ਹੈ ਕਿ ਇਸ ਵਕਤ ਤੁਸੀਂ, ਤੁਹਾਡਾ ਅਨੁਭਵ ਕੀ ਕਹਿੰਦਾ। ਇਹ ਸਾਰੇ ਨਾਮ ਸਨਮਾਨ ਦੇ ਪ੍ਰੋਸੈਸ ਤੋਂ ਬਾਹਰ ਆ ਕੇ ਤੁਹਾਡਾ ਅਨੁਭਵ ਕੀ ਹੈ, ਅਗਲੇਰੇ ਪੜਾਅ ਦਾ ਕੀ ਤੁਹਾਡਾ ਮਤਲਬ ਹੈਗਾ। ਮੇਰੇ ਖਿਆਲ ਦੇ ਵਿੱਚ ਤੁਸੀਂ ਇਹ ਪੁੱਛ ਰਹੇ ਹੋ ਕਿ ਅੱਗੇ ਦੀਆਂ ਤੁਹਾਡੀਆਂ ਯੋਜਨਾਵਾਂ ਪੜ੍ਹਨ ਪ੍ਰਤੀ ਕੀ ਯੋਜਨਾਵਾਂ ਨੇ। ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਨਾਮ ਤੋਂ ਬਾਅਦ ਜ਼ਿੰਮੇਵਾਰੀ ਦਾ ਅਹਿਸਾਸ ਵਧਣ ਕਰਕੇ ਤੇ ਪਿਛਲਾ ਕੁਝ ਸਮਾਂ ਤੋਂ ਪਿਛਲੇ 7-8 ਸਾਲ ਨੇ ਜਿਹੜੇ, ਉਹ PhD ਦੇ ਕੰਮ ਵਿੱਚ ਲੱਗਣ ਕਰਕੇ ਤੇ ਆਲੋਚਨਾਤਮਕ ਕੰਮ ਦੇ ਵਿੱਚ ਲੱਗਣ ਕਰਕੇ ਮੇਰਾ ਜਿਹੜਾ ਕ੍ਰੀਏਟਿਵ ਵਰਕ ਸੀ ਉਹ ਪ੍ਰਭਾਵਿਤ ਜ਼ਰੂਰ ਹੋਇਆ। ਉਹ ਬਿਲਕੁਲ ਖੜੋਤ ਦੇ ਵਿੱਚ ਨਹੀਂ ਸੀ, ਪਰ ਉਹ ਪ੍ਰਭਾਵਿਤ ਜ਼ਰੂਰ ਹੋਇਆ ਕਿ ਮੈਂ ਬਹੁਤ ਘੱਟ ਗਜ਼ਲਾਂ ਲਿਖੀਆਂ ਨੇ ਇਸ ਸਮੇਂ ਦੌਰਾਨ। ਮਲਾਹਾਂ ਤੋਂ ਬਿਨਾਂ ਤੋਂ ਬਾਅਦ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਸ ਸਮੇਂ ਦੌਰਾਨ ਮੈਂ ਬਹੁਤ ਘੱਟ ਰਚਨਾਵਾਂ ਲਿਖੀਆਂ ਨੇ। ਪਰ ਹੁਣ ਮੈਨੂੰ ਲੱਗਦਾ ਕਿ PhD ਕਰਨ ਤੋਂ ਬਾਅਦ ਜਾਂ ਇੱਕ ਕੰਮ ਦੀ ਫਿਕਸੇਸ਼ਨ ਤੋਂ ਬਾਅਦ ਮੈਂ ਥੋੜਾ ਰਿਲੈਕਸ ਫੀਲ ਕਰ ਰਿਹਾ ਤੇ ਪੜ੍ਹ ਲਿਖ ਰਿਹਾਗਾ। ਤੇ ਮੇਰੀਆਂ ਯੋਜਨਾਵਾਂ ਦੇ ਵਿੱਚ ਇਹ ਹੈ ਕਿ ਮੇਰੀ ਅਗਲੀ ਜਿਹੜੀ ਗਜ਼ਲ ਦੀ ਕਿਤਾਬ ਹੈ ਜਾਂ ਖੁੱਲੀ ਕਵਿਤਾ ਦੀ ਕਿਤਾਬ, ਉਹ 2022 ਦੇ ਵਿੱਚ ਪ੍ਰਕਾਸ਼ਿਤ ਹੋ ਜਾਵੇਗੀ, ਜਿਸ ਦਾ ਕਾਫੀ ਸਾਰਾ ਹਿੱਸਾ ਕੰਪਲੀਟ ਕਰ ਚੁੱਕਾ ਮੈਂ। 20% ਉਸਦਾ ਹਿੱਸਾ ਬਾਕੀ ਹੈਗਾ, ਉਹ ਸ਼ਾਇਦ 2022 ਦੇ ਅੰਤ ਤੱਕ ਹੈ ਜਿਹੜੀ ਉਹ ਕਿਤਾਬ ਛਪ ਜਾਏਗੀ। ਸ਼ਾਇਰੀ ਨੂੰ ਸਨਮਾਨ ਮਿਲਿਆ, ਜਿਸ ਸ਼ਾਇਰੀ ਨੂੰ, ਖਿਆਲ ਨੂੰ ਸਨਮਾਨ ਮਿਲਿਆ, ਉਹਦੇ ਜਿਹੜੇ ਬੀਜ ਨੇ ਉਹ ਕਦੋਂ ਪੁੰਗਰਨੇ ਸ਼ੁਰੂ ਹੋਏ। ਉਹ ਕਿਸ ਤਰ੍ਹਾਂ ਦੀ ਜ਼ਮੀਨ ਸੀ ਜਿਹਦੇ ਵਿੱਚੋਂ ਉਸ ਬੀਜ ਨੇ ਪੁੰਗਰਨਾ ਸ਼ੁਰੂ ਕੀਤਾ। ਉਹ ਸਮਾਂ, ਸਥਿਤੀ, ਉਹ ਆਲਾ ਦੁਆਲਾ ਕਿਸ ਤਰ੍ਹਾਂ ਦਾ ਸੀ। ਜਦੋਂ ਇਸ ਆਲੇ ਦੁਆਲੇ ਦੀ ਗੱਲ ਕਰਦੇ ਹਾਂ ਤਾਂ ਜਦੋਂ ਮੈਂ BA ਦੇ ਵਿੱਚ ਐਡਮਿਸ਼ਨ ਲਈ ਤਾਂ ਮੇਰੇ ਕੋਲ ਬਾਕੀ ਵਿਸ਼ਿਆਂ ਦੇ ਨਾਲ ਪੰਜਾਬੀ ਸਾਹਿਤ ਦਾ ਵਿਸ਼ਾ ਵੀ ਸੀ। ਤਾਂ ਜਦੋਂ ਮੈਂ ਪੰਜਾਬੀ ਸਾਹਿਤ ਨੂੰ ਪੜ੍ਹਨਾ ਸ਼ੁਰੂ ਕੀਤਾ, ਭਾਵੇਂ ਉਸ ਵੇਲੇ ਸਮਝ ਉਸ ਤਰ੍ਹਾਂ ਦੀ ਨਹੀਂ ਹੁੰਦੀ, ਤੇ ਪਰ ਮੈਨੂੰ ਇੱਕ ਸੁਹਜਾਤਮਕ ਆਨੰਦ ਦਿੰਦਾ ਸੀ ਉਸ ਚੀਜ਼ ਨੂੰ ਪੜ੍ਹਨਾ। ਜਦੋਂ ਮੈਂ ਸਾਹਿਤ ਨੂੰ ਪੜ੍ਹਦਾ ਸੀ, ਪੰਜਾਬੀ ਪੜ੍ਹਦਾ ਸੀ, ਤਾਂ ਮੈਨੂੰ ਚੰਗਾ ਲੱਗਦਾ ਸੀ, ਚਾਹੇ ਉਹ ਕੋਈ ਨਾਵਲ ਹੁੰਦਾ ਸੀ ਸਿਲੇਬਸ ਦੇ ਵਿੱਚ, ਚਾਹੇ ਉਹ ਕੋਈ ਕਵਿਤਾਵਾਂ ਹੁੰਦੀਆਂ ਸੀ। ਉਸੇ ਸਿਲੇਬਸ ਤੋਂ ਬਾਅਦ ਫਿਰ ਮੈਂ BA ਦੇ ਦੌਰਾਨ ਹੀ ਸੁਰਜੀਤ ਪਾਤਰ ਦੀ ਕਿਤਾਬ ਬਿਰਖ ਅਰਜ਼ ਕਰੇ ਪੜ੍ਹੀ। ਉਸੇ ਦੌਰਾਨ ਹੀ ਮੈਂ ਪਾਤਰ ਦੀ ਪਾਸ਼ ਦੀ ਕਿਤਾਬ ਸੀ ਜਿਹੜੀ ਸਾਡੇ ਸਮਿਆਂ ਵਿੱਚ ਲੋਕ ਕਥਾ, ਇਹ ਪੜ੍ਹਨੀਆਂ ਸ਼ੁਰੂ ਕੀਤੀਆਂ। ਤਾਂ ਮੇਰੇ ਉਸੇ ਟੇਸਟ ਨੇ ਮੈਨੂੰ MA ਪੰਜਾਬੀ ਕਰਨ ਵੱਲ ਮੋੜ ਦਿੱਤਾ। ਤਾਂ ਉੱਥੇ ਜਾ ਕੇ ਮੈਂ ਪੰਜਾਬੀ ਦੇ ਸ਼ਾਇਰਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਸੁਰਜੀਤ ਪਾਤਰ, ਪਾਸ਼, ਜਗਤਾਰ, ਸ਼ਿਵ ਕੁਮਾਰ, ਇਹਨਾਂ ਨੂੰ ਪੜ੍ਹਿਆ। ਇਸ ਦੇ ਨਾਲ ਹੀ ਬਸ਼ੀਰ ਬਦਰ, ਰਾਹਤ ਇੰਦੌਰੀ, ਗੁਲਜ਼ਾਰ, ਸਾਹਿਰ ਲੁਧਿਆਣਵੀ, ਇਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਇਸੇ ਸਮੇਂ ਮੈਂ ਨਾਨਕ ਸਿੰਘ ਦੇ ਕੁਝ ਨਾਵਲ ਪੜ੍ਹੇ ਜਿਹੜੇ ਮੈਨੂੰ ਪ੍ਰਭਾਵਿਤ ਕਰਦੇ ਸੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਅਕਸਰ ਹੀ ਮਤਲਬ ਕਿ ਪੜ੍ਹਨ ਵਾਲੇ ਜਿਹੜੇ ਸ਼ੁਰੂ ਕਰਦੇ ਨੇ, ਜੇ ਨਾਵਲ ਪੜ੍ਹਨਾ ਹੋਵੇ ਨਾਨਕ ਸਿੰਘ ਦਾ, ਤਾਂ ਮੈਂ ਪਵਿੱਤਰ ਪਾਪੀ ਪੜ੍ਹਿਆ ਸੀ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਉਹਨਾਂ ਦੇ 5-6 ਨਾਵਲ ਮੈਂ ਹੋਰ ਪੜ੍ਹੇ। ਇੱਕ ਹੋਰ ਗੱਲ ਜਿਹੜੀ ਸ਼ਾਇਦ ਮੈਂ ਇੱਕ ਦੋ ਜਗ੍ਹਾ ਕੀਤੀ ਹੋਈ ਕਿ ਮੈਂ BA ਦੇ ਵਿੱਚ ਗੁਰਦਾਸ ਮਾਨ ਨੂੰ ਬਹੁਤ ਸੁਣਦਾ ਸੀ। ਹੁਣ ਵੀ ਮੇਰੇ ਉਹ ਪਸੰਦੀਦਾ ਗਾਇਕ ਨੇ, ਭਾਵੇਂ ਉਹ ਕੁਝ ਗੱਲਾਂ ਕਰਕੇ ਮਤਲਬ ਕਿ ਅੱਜ ਕੱਲ ਪਿਛਲੇ ਸਮੇਂ ਦੇ ਵਿੱਚ ਜਾਂ ਚਰਚਾ ਦੇ ਵਿੱਚ ਕਹਿ ਲਓ ਤੇ ਜਾਂ ਮਤਲਬ ਕਿ ਕੰਟਰੋਵਰਸ਼ੀਅਲ ਬਣੇ ਰਹੇ ਨੇ, ਪਰ ਉਹਨਾਂ ਦੀ ਲੇਖਣੀ ਹੈ ਜਿਹੜੀ, ਉਹਨਾਂ ਦੀ ਕਲਮ ਹੈ, ਉਹ ਮੈਨੂੰ ਪ੍ਰਭਾਵਿਤ ਕਰਦੀ ਰਹੀ ਸੀ। ਤੇ ਉਹਨਾਂ ਦੇ ਬਹੁਤ ਸਾਰੇ ਗੀਤ ਮੇਰੇ ਜ਼ੁਬਾਨੀ ਯਾਦ ਸੀ। ਹੁਣ ਵੀ ਮੈਨੂੰ ਯਾਦ ਹੈ ਕਿ ਮੈਂ ਗੀਤ ਦੇ ਨਾਲ ਨਾਲ ਤੁਰ ਸਕਦਾ, ਉਹਨਾਂ ਦੇ ਅੱਗੇ ਅੱਗੇ ਤੁਰ ਸਕਦਾ। ਮੈਂ ਦੱਸ ਸਕਦਾ ਵੀ ਆਹ ਲਾਈਨ ਤੋਂ ਬਾਅਦ ਅਗਲੀ ਲਾਈਨ ਕਿਹੜੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਦਾ ਮਿਲਣਾ, ਘਰ ਦੇ ਜਿਹੜੇ ਉਸ ਤੋਂ ਬਾਅਦ ਹੌਲੀ ਹੌਲੀ ਹਾਲਾਤ ਬਣਦੇ ਨੇ, ਇਹਨਾਂ ਚੀਜ਼ਾਂ ਦਾ ਮਿਲਣਾ ਮੇਰੇ ਅੰਦਰ ਸ਼ਾਇਰੀ ਨੂੰ ਜਨਮ ਦਿੰਦਾ। ਤੇ ਮੈਂ BA ਦੇ ਵਿੱਚ ਕੁਝ ਗਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ। ਤੇ ਮੈਨੂੰ BA ਦੇ ਵਿੱਚ ਨਹੀਂ, ਸੌਰੀ, MA ਦੇ ਵਿੱਚ ਕੁਝ ਗਜ਼ਲਾਂ ਲਿਖੀਆਂ ਜਿਹੜੀਆਂ ਉੱਥੋਂ ਦੇ ਕਾਲਜ ਮੈਗਜ਼ੀਨ ਦੋਮੇਲ ਵਿੱਚ ਛਪੀਆਂ। ਪਰ ਮੈਨੂੰ MPhil ਦੌਰਾਨ ਜਦੋਂ ਮੈਂ ਡਾਕਟਰ ਜਗਤਾਰ ਨੂੰ ਮਿਲਿਆ, ਮੈਨੂੰ ਉਦੋਂ ਪਤਾ ਲੱਗਿਆ ਕਿ ਜਿਨ੍ਹਾਂ ਨੂੰ ਮੈਂ ਗਜ਼ਲਾਂ ਕਹਿੰਦਾ ਸੀ ਉਹ ਸਿਰਫ ਸ਼ੇਰਾਂ ਦੇ ਸਮੁੱਚ ਸੀ, ਗਜ਼ਲ ਨਹੀਂ ਸੀ, ਕਿਉਂਕਿ ਉਹਦੇ ਵਿੱਚ ਬਹਿਰ ਵਜ਼ਨ ਨਹੀਂ ਸੀ। ਜੋ ਬਹਿਰ ਵਿਧਾਨ ਹੈ ਉਹਦੇ ਪ੍ਰਤੀ ਮੈਂ ਸਜਗ ਨਹੀਂ ਸੀ, ਜਿਹਦੇ ਬਾਰੇ ਮੈਨੂੰ ਜਗਤਾਰ ਨੇ ਸਭ ਤੋਂ ਪਹਿਲੀ ਵਾਰ ਦੱਸਿਆ। ਦੀਪਕ, ਆਪਾਂ ਡਾਕਟਰ ਜਗਤਾਰ ਹੋਣਾ ਦੇ ਬਾਅਦ ਚ ਆਉਂਦੇ ਆ।
ਮੇਰਾ ਸਵਾਲ ਇਹ ਹੈ ਵੀ ਜਿਹੜੇ ਸਮੇਂ ਦੀ ਤੁਸੀਂ ਗੱਲ ਕਰਦੇ ਹੋ ਉਹ ਉਦੋਂ ਖਿਆਲ ਬਹੁਤ ਤੇਜ਼ ਦੌੜਦੇ ਆ, ਬਿਲਕੁਲ ਤੁਹਾਡੀਆਂ ਭਾਵਨਾਵਾਂ ਬਹੁਤ ਫਾਸਟ ਹੁੰਦੀਆਂ ਔਰ ਤੁਸੀਂ ਬਹੁਤ ਕੁਝ ਕਰਨਾ ਚਾਹੁੰਦੇ ਹੋ, ਤੇ ਕੋਈ ਅਜਿਹੀ ਚੀਜ਼ ਹੁੰਦੀ ਹੈ ਜਿਹੜੀ ਤੁਹਾਨੂੰ ਘੇਰ ਕੇ ਖੜ ਜਾਂਦੀ ਹੈ। ਮੈਨੂੰ ਲੱਗਦਾ ਤੁਸੀਂ ਇੰਨੇ ਪ੍ਰਬੁੱਧ ਪੁਖਤਾ ਸ਼ਾਇਰਾਂ ਨੂੰ ਪੜ੍ਹਿਆ, ਕੋਈ ਕਿਤਾਬਾਂ ਤੁਸੀਂ ਨਾਂ ਦੱਸ ਸਕਦੇ ਵੀ ਕਿਹੜੀਆਂ ਕਿਤਾਬਾਂ ਤੁਹਾਨੂੰ ਬੇਹੱਦ ਪ੍ਰਭਾਵਿਤ ਕੀਤਾ ਕਿ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਦਲਾਅ ਆਏ? ਪਰ ਜਿਹੜੀਆਂ ਕਿਤਾਬਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਉਹ ਸਿਰਫ ਭਾਵੇਂ ਕਵਿਤਾ ਦੀਆਂ ਕਿਤਾਬਾਂ ਨਹੀਂ ਹੈਗੀਆਂ। ਜਿਸ ਤਰ੍ਹਾਂ ਮੈਨੂੰ ਅਸਲੀ ਇਨਸਾਨ ਦੀ ਕਹਾਣੀ ਮੈਨੂੰ ਬਹੁਤ ਪਿਆਰੀ ਲੱਗਦੀ ਹੈ। ਮੈਂ ਉਸਨੂੰ ਮਤਲਬ ਕਿ 2 ਵਾਰ ਪੜ੍ਹਿਆ। ਪਹਿਲੀ ਵਾਰ ਮੈਂ ਉਸਨੂੰ MA 'ਚ ਪੜ੍ਹਿਆ ਸੀ। ਮੈਨੂੰ ਮਤਲਬ ਕਿ ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਉਹ ਕੁਝ ਸਮਝ ਆ ਜਾਂਦਾ, ਕੁਝ ਸਮਝ ਨਹੀਂ ਆਉਂਦਾ। ਉਸ ਤੋਂ ਬਾਅਦ ਫਿਰ ਮੈਂ ਉਹਨੂੰ MPhil ਦੇ ਵਿੱਚ ਦੂਸਰੀ ਵਾਰ ਪੜ੍ਹਿਆ। ਕਵਿਤਾ ਦੇ ਵਿੱਚ ਜਦੋਂ ਮੈਂ ਸੁਰਜੀਤ ਪਾਤਰ ਨੂੰ ਪੜ੍ਹਿਆ ਤਾਂ ਹਵਾ ਵਿੱਚ ਲਿਖੇ ਹਰਫ ਦੇ ਅਨੇਕ ਸ਼ੇਅਰ ਮੇਰੇ ਉਸ ਵੇਲੇ ਯਾਦ ਸੀ। ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਂ ਬਣ ਕੇ, ਆੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪਿੱਤੇ, ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ। ਤਾਂ ਉਹ ਗਜ਼ਲਾਂ ਮੇਰੇ ਅੰਦਰ ਕਿਤੇ ਨਾ ਕਿਤੇ ਉਤਰਦੀਆਂ ਗਈਆਂ। ਉਹ ਕਿਤਾਬਾਂ ਮੇਰੇ ਅੰਦਰ ਕਿਤੇ ਨਾ ਕਿਤੇ ਉਤਰਦੀਆਂ ਗਈਆਂ। ਬਹੁਤ ਛੋਟਾ ਜਿਹਾ ਨਾਵਲ, ਪਹਿਲਾ ਅਧਿਆਪਕ ਤੇ ਅੰਗਰੇਜ਼ੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੋਇਆ ਨਾਵਲ ਬੁੱਢਾ ਤੇ ਸਮੁੰਦਰ, ਇਹਨਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਕਮਾਲ ਦੀ ਰਚਨਾ ਬੁੱਢਾ ਤੇ ਸਮੁੰਦਰ, ਜਿਸ ਨੂੰ ਮੈਂ ਕਈ ਵਾਰ ਪੜ੍ਹਿਆ। MA ਦੌਰਾਨ ਮੈਂ ਗਾਰਗੀ ਦਾ ਨਾਟਕ ਲੋਹਾ ਕੁੱਟ ਪੜ੍ਹਿਆ, ਜਿਸ ਬਾਰੇ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ। ਉਹ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਸੀ। ਪਤਾ ਨਹੀਂ ਉਹ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਸ ਨੇ ਉਹਨੂੰ ਤੋੜ ਕੇ ਚੱਲਦਾ ਗਾ, ਨਵੇਂ ਸਿਰਿਓਂ ਦੇਖਦਾ ਗਾਰਗੀ ਉਸਨੂੰ। ਤੇ ਉਸ ਤੋਂ ਬਾਅਦ ਮੈਂ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਪੜ੍ਹੀ। ਤਾਂ ਇਹ ਚੀਜ਼ਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਮੈਨੂੰ ਲੱਗਿਆ ਕਿ ਇਹ ਚੀਜ਼ਾਂ ਨੇ ਜਿਹੜੀਆਂ ਸਥਾਪਿਤ ਟ੍ਰੈਡੀਸ਼ਨ ਨੂੰ ਤੋੜ ਕੇ ਕੁਝ ਨਵਾਂ ਸਿਰਜ ਰਹੀਆਂ ਨੇ। ਦੀਪਕ, ਤੁਸੀਂ ਮੈਥੋਂ MA ਤੇ BA ਕਾਫੀ ਬਾਅਦ ਚ ਕੀਤੀ ਹੋਣੀ ਹੈ, ਪਰ ਮੈਨੂੰ ਆਪਣੇ ਦਿਨ ਯਾਦ ਆ ਗਏ ਕਿਉਂਕਿ ਪਾਤਰ ਸਾਹਿਬ ਦੇ ਜਿਹੜੇ ਇਹ ਸ਼ੇਅਰ ਨੇ ਅਸੀਂ ਵੀ ਉਹਨਾਂ ਸਮੇਂ 'ਚ ਗੁਣਗੁਣਾਉਂਦੇ ਸੀ। ਸਾਡੇ ਹੱਥ ਦੇ ਵਿੱਚ ਵੀ ਮਤਲਬ ਇਹ ਕਿਤਾਬ ਹੁੰਦੀ ਸੀ ਹਵਾ 'ਚ ਲਿਖੇ ਹਰਫ, ਤੇ ਉਦੋਂ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਰਚਨਾਵਾਂ ਸੀ ਬੜਾ ਪ੍ਰਭਾਵਿਤ ਕਰਦੀਆਂ ਸੀਗੀਆਂ। ਮਸਲਨ ਕੰਮਿਆਣਾ ਦੀ ਕਵਿਤਾ ਸੀਗੀ, ਚੁੰਮਣਾ ਦੀ ਹਾਜ਼ਰੀ 'ਚ ਕੀਤੇ ਵਾਅਦਿਆਂ ਨੂੰ ਛਣਕੜੇ ਵਾਂਗ ਤੋੜ ਕੇ ਸੁੱਟ ਗਈ ਕੁੜੀਏ, ਤੇਰੇ ਬੋਲ ਹਜੇ ਵੀ ਹਵਾਵਾਂ 'ਚ ਗੂੰਜਦੇ ਨੇ। ਇਸ ਤਰ੍ਹਾਂ ਦੀ ਲੰਬੀ ਕਵਿਤਾ। ਜਾਂ ਪਿਆ ਅੰਬੀਆਂ ਨੂੰ ਬੂਰ ਸੀਗੇ ਕੋਇਲ ਕੂਕ ਪਈ। ਇਹ ਮੁਹੱਬਤ ਦੇ ਜਜ਼ਬਾਤ ਦੇ ਉਹ ਦਿਨ ਹੁੰਦੇ ਨੇ। ਤੁਸੀਂ ਉਦੋਂ ਕਿਤਾਬਾਂ ਬਹੁਤ ਪੜ੍ਹੀਆਂ ਤੇ ਕੁਛ ਮਤਲਬ ਤੁਸੀਂ ਚਿਹਰਿਆਂ ਨੂੰ ਵੀ ਪੜ੍ਹਿਆ ਹੋਊਗਾ, ਉਹਨਾਂ ਚਿਹਰਿਆਂ ਨੂੰ ਪੜ੍ਹ ਕੇ ਵੀ ਲਿਖਿਆ ਹੋਣਾ। ਹਾਂਜੀ, ਦੱਸ ਫਿਰ। ਤਾਂ ਉੱਥੇ ਜਦੋਂ ਅਸੀਂ ਕੁਝ ਦੇਖਦੇ ਹਾਂ, ਪੜ੍ਹਦੇ ਹਾਂ, ਤਾਂ ਕੋਈ ਚਿਹਰਾ ਸਾਨੂੰ ਚੰਗਾ ਲੱਗਦਾ, ਕੋਈ ਚਿਹਰਾ ਸਾਨੂੰ ਪਿਆਰਾ ਲੱਗਦਾ, ਤੇ ਉਸੇ ਵੇਲੇ ਅਸੀਂ ਸੁਰਜੀਤ ਪਾਤਰ ਦੀ ਹਵਾ ਵਿੱਚ ਲਿਖੇ ਹਰਫ ਪੜ੍ਹ ਰਹੇ ਹੁੰਦੇ ਹਾਂ ਤਾਂ ਸਾਨੂੰ ਲੱਗਦਾ ਕਿ ਮਤਲਬ ਕਿ ਸੁਰਜੀਤ ਪਾਤਰ ਮੇਰੀਆਂ ਗੱਲਾਂ ਕਿਵੇਂ ਲਿਖ ਰਿਹਾ ਹੈਗਾ। ਤਾਂ ਉਹ ਸਾਡੇ ਸ਼ਾਇਰੀ ਦੇ ਮੁੱਢਲੇ ਦੌਰ ਜਾਂ ਮੁੱਢਲੇ ਪੜਾਅ ਦੀਆਂ ਗੱਲਾਂ ਹੁੰਦੀਆਂ ਨੇ ਕਿ ਜਦੋਂ ਸਾਨੂੰ ਸ਼ਾਇਰ ਕੋਈ ਇਹ ਲੱਗਦਾ, ਕੋਈ ਨਾਵਲਕਾਰ ਸਾਨੂੰ ਇਸ ਕਰਕੇ ਪ੍ਰਭਾਵਿਤ ਕਰ ਰਿਹਾ ਹੁੰਦਾ ਕਿ ਉਹ ਸਾਡੇ ਬਾਰੇ ਲਿਖ ਰਿਹਾ ਹੈਗਾ। ਪਰ ਹੌਲੀ ਹੌਲੀ ਪਤਾ ਲੱਗਦਾ ਕਿ ਜਿਹੜੀ ਸ਼ਾਇਰੀ ਹੈ ਇਹ ਸਿਰਫ ਮੈਂ ਦੀ ਨਹੀਂ ਹੁੰਦੀ। ਜੇ ਸ਼ਾਇਰ ਦੀ ਮੈਂ ਸਿਰਫ ਉਹਦੀ ਆਪਣੀ ਮੈਂ ਨਹੀਂ ਹੁੰਦੀ, ਉਹਦੀ ਸਮੂਹ ਦੀ ਮੈਂ ਹੁੰਦੀ ਹੈ। ਇਹ ਚੀਜ਼ਾਂ ਦਾ ਹੌਲੀ ਹੌਲੀ ਬਾਅਦ ਚ ਪਤਾ ਲੱਗਦਾ ਗਾ। ਪਰ ਇਹ ਚੀਜ਼ਾਂ ਤੁਹਾਡੀ ਸ਼ਾਇਰੀ ਦੇ ਵਿੱਚ ਆਲੇ ਦੁਆਲਿਓਂ ਕਿਵੇਂ ਇੰਟਰ ਕਰ ਜਾਂਦੀਆਂ ਨੇ ਤੁਹਾਡੀ ਸ਼ਾਇਰੀ ਦੇ ਵਿੱਚ, ਤੁਹਾਡੀ ਰਚਨਾ ਦੇ ਵਿੱਚ, ਇਹ ਤੁਹਾਨੂੰ ਬੜੀ ਦੇਰ ਬਾਅਦ ਪਤਾ ਲੱਗਦਾ। ਪਰ ਉੱਥੇ ਇਨਸਪੀਰੇਸ਼ਨ ਜ਼ਰੂਰ ਬਣੀ ਰਹਿੰਦੀ ਹੈ ਤੁਹਾਡੀ। ਦੀਪਕ, ਮੈਨੂੰ ਇਸ ਤਰ੍ਹਾਂ ਲੱਗ ਰਿਹਾ, ਇਸ ਜਵਾਬ ਤੋਂ ਲੱਗ ਰਿਹਾ ਕਿ ਇਹ ਜਵਾਬ ਹੈ ਜਿਹੜਾ ਡਾਇਰੈਕਟਰ ਦੀਪਕ ਕੁਮਾਰ ਨੇ, ਪ੍ਰੋਫੈਸਰ ਦੀਪਕ ਕੁਮਾਰ ਨੇ ਦਿੱਤਾ। ਸ਼ਾਇਰ ਦੀਪਕ ਨੇ ਇਹਦੇ ਵਿੱਚ ਘੱਟ ਗੱਲ ਕੀਤੀ ਹੈ। ਆਪਾਂ ਸ਼ਾਇਰੀ ਦੀ ਗੱਲ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਵੀ ਜਦੋਂ ਆਲੋਚਨਾ ਦੀ ਗੱਲ ਕਰਾਂਗੇ ਤੁਸੀਂ ਇਸੇ ਤਰੀਕੇ ਗੱਲ ਕਰਿਓ ਤੇ ਪ੍ਰਤੀਕਮਈ ਸ਼ਬਦਾਂ ਨੂੰ। ਤੇ ਹੁਣ ਥੋੜਾ ਜਿਹਾ ਖੁੱਲ ਕੇ ਵੀ ਆਪਾਂ ਗੱਲ ਕਰਨੀ ਹੈ ਨਾ, ਤਾਂ ਚਲੋ ਭਾਜੀ ਖੁੱਲ ਕੇ ਜੇ ਆਪਾਂ ਗੱਲ ਕਰੀਏ ਤਾਂ ਹੁਣ ਸਮਕਾਲੀ ਸ਼ਾਇਰੀ ਤੇ ਆਪਾਂ ਆਉਣੇ ਆ। ਇਹਨਾਂ ਤੋਂ ਸੁਣਦੇ ਲੋਕ ਕੁਛ ਸਤਪਾਲ। ਹਾਂਜੀ, ਹਾਂ, ਸਮਕਾਲੀ ਸ਼ਾਇਰੀ ਤੇ ਆਉਣੇ ਆ ਜੀ। ਸਮਕਾਲੀ ਸ਼ਾਇਰੀ ਤੇ ਆਉਣੇ ਆ। ਤਾਂ ਸਮਕਾਲੀ ਸ਼ਾਇਰੀ ਦੇ ਵਿੱਚ ਤੁਹਾਡੇ ਜਿਹੜੇ ਸਮਕਾਲ ਦੇ ਸ਼ਾਇਰ ਨੇ, ਤੁਹਾਡੇ ਹਮ ਉਮਰ ਸ਼ਾਇਰ ਨੇ, ਤੁਹਾਡੇ ਨਾਲ ਇੱਕ ਪੈਰ ਤੋਂ ਪੈਰ ਸ਼ੁਰੂ ਕਰਕੇ ਫੈਲਣ ਵਾਲੇ ਸ਼ਾਇਰ ਨੇ, ਤਾਂ ਇਸ ਵਕਤ ਸਮਕਾਲੀ ਗਜ਼ਲ ਦਾ ਖਾਸ ਕਰਕੇ ਤੁਹਾਡੇ ਪੂਰ ਦਾ ਕੀ ਦ੍ਰਿਸ਼ ਹੈ? ਜੇ ਤਾਂ ਤੁਸੀਂ ਇਸ ਪੂਰ ਨੂੰ 40 ਸਾਲ ਤੋਂ ਹੇਠਾਂ ਰੱਖਦੇ ਹੋ ਤਾਂ ਉੱਥੇ ਮੈਨੂੰ ਬਲਕਾਰ ਔਲਖ,
ਰਣਜੀਤ ਸਰਾਂਵਾਲੀ, ਕੁਲਵਿੰਦਰ ਬਚਵਾਣਾ, ਵਾਹਿਦ, ਇਹਨਾਂ ਦੀ ਗਜ਼ਲ ਬਹੁਤ ਪਿਆਰੀ ਲੱਗਦੀ ਹੈ। ਬਹੁਤ ਚੰਗੀ ਗਜ਼ਲ ਵੀ ਲਿਖ ਰਹੇ ਨੇ ਤੇ ਆਪਣੀ ਆਪਣੀ ਤਾਂ ਪ੍ਰਯੋਗ ਵੀ ਕਰ ਰਹੇ ਨੇ। ਜਿਸ ਤਰ੍ਹਾਂ ਵਾਹਿਦ ਦੀ ਕਿਤਾਬ ਆਈ ਸੀ ਜਿਸ ਵਿੱਚ ਉਸਨੇ ਬਹਿਰਾਂ ਦੇ ਪੱਖ ਤੋਂ ਪ੍ਰਯੋਗ ਕੀਤੇ ਸੀ। ਭਾਵੇਂ ਉਹ ਇਹ ਵੀ ਵਾਪਰਿਆ ਕਿ ਉਸ ਦੀਆਂ ਗਜ਼ਲਾਂ ਦੀਆਂ ਬਹਿਰਾਂ ਇੰਨੀਆਂ ਔਖੀਆਂ ਸੀ ਕਿ ਸ਼ੇਅਰ ਸੀ ਜੋ ਤੁਹਾਨੂੰ ਛੇਤੀ ਯਾਦ ਨਹੀਂ ਸੀ ਹੁੰਦੇ, ਪਰ ਉਹ ਆਪਣੀ ਤਰ੍ਹਾਂ ਦੇ ਪ੍ਰਯੋਗ ਨੇ। ਉਹਨਾਂ ਦਾ ਭਵਿੱਖ ਹੈ ਜਿਹੜਾ ਕਿਸ ਕਿਸਮ ਦਾ ਉਹ ਪਤਾ ਲੱਗੇਗਾ, ਠੀਕ ਹੈ ਨਾ। ਤੇ ਜੇ ਮੈਂ ਥੋੜਾ ਜਿਹਾ ਉਸ ਦੇ ਵਿੱਚ ਏਜ ਦਾ ਵਾਧਾ ਕਰ ਰਹਾ ਪਰ ਹੁਣ ਲਿਖ ਰਹੇ ਨੇ ਜਿਹੜੇ ਸ਼ਾਇਰ, ਤਾਂ ਉੱਥੇ ਮੈਨੂੰ ਗੁਰਤੇਜ ਪਹਾੜਵਾਲਾ, ਵਿਜੇ ਵਿਵੇਕ, ਜਗਵਿੰਦਰ ਜੋਧਾ, ਸੁਰਜੀਤ ਸਖੀ, ਰਵਿੰਦਰ ਮਸਰੂਰ, ਬਰਜਿੰਦਰ ਚੌਹਾਨ, ਇਹਨਾਂ ਦੀ ਮੈਨੂੰ ਗਜ਼ਲ ਬਹੁਤ ਅੱਛੀ ਲੱਗਦੀ ਹੈ, ਬਹੁਤ ਪ੍ਰਭਾਵਿਤ ਕਰਦੀ ਹੈ। ਸੁਰਜੀਤ ਪਾਤਰ ਤੇ ਡਾਕਟਰ ਜਗਤਾਰ ਦਾ ਨਾਮ ਮੈਂ ਤਾਂ ਨਹੀਂ ਲੈਂਦਾ ਕਿ ਇਹ ਜਿਨ੍ਹਾਂ ਦੇ ਮੈਂ ਨਾਮ ਲਏ ਨੇ ਇਹ ਸਾਰੇ ਹੀ ਮਤਲਬ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਾਇਰ, ਵੱਡੇ ਸ਼ਾਇਰ ਦੇ ਤੌਰ ਤੇ ਜਾਂ ਉਹਨਾਂ ਤੋਂ ਸਿੱਖਣ ਵਾਲੇ ਦੇ ਤੌਰ ਤੇ ਉਹਨਾਂ ਨੂੰ ਦੇਖਦੇ ਨੇ। ਇਸ ਕਰਕੇ ਉਹਨਾਂ ਦਾ ਨਾਮ ਲੈਣ ਦਾ ਮੈਨੂੰ ਜ਼ਰੂਰਤ ਨਹੀਂ ਹੈ। ਉਸ ਤੋਂ ਬਿਨਾਂ ਜੋ ਸ਼ਾਇਰ ਮੈਨੂੰ ਚੰਗੇ ਲੱਗਦੇ ਨੇ ਉਹ ਮੈਂ ਤੁਹਾਨੂੰ ਦੱਸ ਦਿੱਤੇ ਨੇ। ਇਹਨਾਂ ਦੀਆਂ ਕਵਿਤਾਵਾਂ ਜੋ ਤੁਸੀਂ ਨਾਂ ਲਏ ਨੇ ਉਹ ਪੰਜਾਬੀ ਉਹਨਾਂ ਨੇ ਮਤਲਬ ਟ੍ਰੈਂਡ ਸੈੱਟ ਵੀ ਕੀਤਾ। ਉਹਨਾਂ ਨੇ ਕਵਾਲੀ ਸ਼ਾਇਰੀ ਦੇ ਵਿੱਚ ਆਪਣਾ ਬਿਲਕੁਲ ਮੁਕਾਮ ਰੱਖਿਆ, ਚਾਹੇ ਉਹ ਵਾਹਿਦ ਹੈ ਜਾਂ ਪੂਰੀ ਹੈ, ਤੁਸੀਂ ਹੋਰ ਵੀ ਨਾਂ ਲਏ ਨੇ। ਤਾਂ ਮੈਂ ਇੱਥੇ ਇਹ ਗੱਲ ਜੋੜ ਕੇ ਵੀ ਟ੍ਰੈਂਡ ਸੈੱਟ ਕਰਨ ਵਾਲਿਆਂ ਦੀ ਸ਼ਾਇਰੀ ਦੇ ਵਿੱਚ ਦੀਪਕ ਵੀ ਆਪਣਾ ਇੱਕ ਟ੍ਰੈਂਡ ਸੈੱਟ ਕਰਦਾ ਹੈ, ਜਿਹੜਾ ਇਤਿਹਾਸ ਤੇ ਮਿਥਿਹਾਸ ਨੂੰ ਜੋੜ ਕੇ ਇੱਕ ਨਵੇਂ ਵਿਕਲਪ ਨੂੰ ਸਾਡੇ ਸਾਹਮਣੇ ਸਾਕਾਰ ਕਰਦਾ ਹੈ, ਨਵੇਂ ਮੈਟਾਫਰ ਨੂੰ ਸਾਡੇ ਸਾਹਮਣੇ ਖੋਲਦਾ ਹੈ। ਉਹ ਮੈਂ ਆਪਣੇ ਦੋਸਤਾਂ ਦੇ ਨਾਲ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਜਾਂ ਜਿਨ੍ਹਾਂ ਨੇ ਕੱਲ ਪਰਸੋਂ ਚੌਥੇ ਆਪਣੀ ਇਸ ਗੱਲਬਾਤ ਨੂੰ ਸੁਣਨਾ ਹੈ, ਉਹਨਾਂ ਦੇ ਲਈ ਮੈਂ ਚਾਹੁੰਦਾ ਕਿ ਤੁਸੀਂ ਆਪਣੀ ਪਹਿਲੀ ਕਿਤਾਬ ਦੇ ਵਿੱਚੋਂ ਨਦੀ ਕਲਾਵੇ ਰੇਤ ਦੇ ਵਿੱਚੋਂ ਤੇ ਮਲਾਹਾ ਤੋਂ ਬਿਨਾਂ ਦੇ ਵਿੱਚੋਂ ਜਾਂ ਉਸ ਤੋਂ ਬਾਅਦ ਜੋ ਤੁਸੀਂ ਸ਼ਾਇਰੀ ਲਿਖੀ ਹੈ, ਕੀਤੀ ਹੈ, ਉਹਦੇ ਵਿੱਚੋਂ ਸਾਨੂੰ ਕੁਝ ਅੰਸ਼ ਸੁਣਾਓ। 2-4 ਆਪਣੇ ਜਿਹੜੇ ਗਜ਼ਲਾਂ ਸਾਡੀਆਂ ਸਾਂਝੀਆਂ ਕਰੋ, ਸ਼ੁਰੂ ਕਰੋ। ਜ਼ਰੂਰ ਜੀ। ਮੈਂ ਤੁਹਾਨੂੰ ਪਹਿਲਾਂ ਇੱਕ ਦੋ ਗਜ਼ਲਾਂ ਬਿਲਕੁਲ ਨਵੀਆਂ ਜਿਹੜੀਆਂ ਅਜੇ ਕਿਤੇ ਵੀ ਨਹੀਂ ਛਪੀਆਂ, ਸ਼ਾਇਦ ਨਵਾਂ ਜ਼ਮਾਨਾ ਚ ਛਪੀਆਂ ਹੋਣ। ਹਾਂਜੀ। ਗਜ਼ਲ ਦਾ ਮਤਲਬ ਹੈ ਜੀ ਕਿ ਬਚਾ ਕੇ ਸਭ ਦੀ ਨਜ਼ਰੋਂ ਫਿਰ ਇਸ਼ਾਰਾ ਹੋਣ ਵਾਲਾ ਹੈ। ਹਾਂ। ਬਚਾ ਕੇ ਸਭ ਦੀ ਨਜ਼ਰੋਂ ਫਿਰ ਇਸ਼ਾਰਾ ਹੋਣ ਵਾਲਾ ਹੈ, ਬੇਰੁਖੇ ਮੌਸਮਾਂ ਅੰਦਰ ਨਜ਼ਾਰਾ ਹੋਣ ਵਾਲਾ ਹੈ। ਵਾਹ। ਬਚਾ ਕੇ ਸਭ ਦੀ ਨਜ਼ਰੋਂ ਫਿਰ ਇਸ਼ਾਰਾ ਹੋਣ ਵਾਲਾ ਹੈ, ਬੇਰੁਖੇ ਮੌਸਮਾਂ ਅੰਦਰ ਨਜ਼ਾਰਾ ਹੋਣ ਵਾਲਾ ਹੈ। ਹਜ਼ਾਰਾਂ ਤਾਣ ਲੈ ਪਰਦੇ ਮਗਰ ਨਜ਼ਦੀਕ ਹੈ ਪਤਝੜ। ਹਜ਼ਾਰਾਂ ਤਾਣ ਲੈ ਪਰਦੇ ਮਗਰ ਨਜ਼ਦੀਕ ਹੈ ਪਤਝੜ, ਤੇ ਇਸ ਰੁੱਖ ਦਾ ਹਰ ਇੱਕ ਪੱਤਾ ਆਵਾਰਾ ਹੋਣ ਵਾਲਾ ਹੈ। ਬਹੁਤ ਅੱਛੇ, ਬਹੁਤ ਖੂਬ, ਬਹੁਤ ਅੱਛੇ। ਅਗਲਾ ਸ਼ੇਰ ਹੈ ਕਿ ਮਸ਼ੀਸ਼ੇ ਸਾਹਮਣੇ ਹਾਂ ਅਲਫ ਨੰਗਾ ਹਾਂ ਖੁਦੀ ਸਾਵੇਂ। ਮਸ਼ੀਸ਼ੇ ਸਾਹਮਣੇ ਹਾਂ ਅਲਫ ਨੰਗਾ ਹਾਂ ਖੁਦੀ ਸਾਵੇਂ, ਮੇਰੇ ਸੱਚ ਝੂਠ ਦਾ ਫਿਰ ਤੋਂ ਨਿਤਾਰਾ ਹੋਣ ਵਾਲਾ ਹੈ। ਮੈਂ ਸਭ ਕੁਝ ਦਾਅ ਤੇ ਲਾ ਕੇ ਜਿਸ ਨੂੰ ਲਾਇਆ ਕਾਲਜੇ ਆਪਣੇ। ਮੈਂ ਸਭ ਕੁਝ ਦਾਅ ਤੇ ਲਾ ਕੇ ਜਿਸ ਨੂੰ ਲਾਇਆ ਕਾਲਜੇ ਆਪਣੇ, ਮੁਕੰਮਲ ਸਫ਼ਰ ਚੋਂ ਉਹ ਪਲ ਗਵਾਰਾ ਹੋਣ ਵਾਲਾ ਹੈ। ਬਹੁਤ ਅੱਛੇ। ਤੇ ਆਖਰੀ ਸ਼ੇਰ ਹੈ ਕਿ ਮੈਂ ਅੱਖ ਦੀ ਸਿਪ ਅੰਦਰ ਸਾਂਭਿਆ ਸੀ ਦਰਿਆ ਦਾ ਪਾਣੀ। ਮੈਂ ਅੱਖ ਦੀ ਸਿਪ ਅੰਦਰ ਸਾਂਭਿਆ ਸੀ ਦਰਿਆ ਦਾ ਪਾਣੀ, ਜ਼ਬਤ ਵਿੱਚ ਰੱਖਿਆ ਸੀ ਬੇਮੁਹਾਰਾ ਹੋਣ ਵਾਲਾ। ਬਹੁਤ ਅੱਛਾ, ਬਹੁਤ ਵਧੀਆ। ਬਚਾ ਕੇ ਸਭ ਦੀ ਨਜ਼ਰੋਂ ਫਿਰ ਇਸ਼ਾਰਾ ਹੋਣ ਵਾਲਾ ਹੈ। ਬਹੁਤ ਅੱਛੇ, ਬਹੁਤ ਵਧੀਆ ਦੀਪਕ। ਇੱਕ ਗਜ਼ਲ ਕੇ ਬੜੀ ਹੈਰਤ ਹੈ ਕਿ ਮੈਂ ਥੇ ਰਹਾ, ਮੈਂ ਤਾਂ ਖੂਬ ਰੋਣਾ ਸੀ। ਬੜੀ ਹੈਰਤ ਹੈ ਕਿ ਮੈਂ ਥੇ ਰਹਾ, ਮੈਂ ਤਾਂ ਖੂਬ ਰੋਣਾ ਸੀ, ਤੇਰੇ ਤੋਂ ਦੂਰ ਹੋ ਕੇ ਬਿਖਰਿਆ ਤਸਦੀਕ ਹੋਣਾ ਸੀ। ਅੱਛਾ ਅੱਛਾ। ਮੈਂ ਤਲੀਆਂ ਤੇਰੀਆਂ ਤੇ ਰੰਗ ਬਣ ਖਿੜਨਾ ਸੀ ਹਾਲੇ ਤਾਂ। ਮੈਂ ਤਲੀਆਂ ਤੇਰੀਆਂ ਤੇ ਰੰਗ ਬਣ ਖਿੜਨਾ ਸੀ ਹਾਲੇ ਤਾਂ, ਮੇਰੇ ਹਾਸੇ ਨੇ ਤੇਰੇ ਪੈਰ ਦੀ ਪਾਜ਼ੇਬ ਹੋਣਾ ਸੀ। ਬਹੁਤ ਅੱਛੇ ਬਾਈ, ਬਹੁਤ।
ਕਿਵੇਂ ਦੱਸਾਂ ਕਿ ਜੋ ਗੁਲਮੋਹਰ ਲਾਏ ਸੀ ਮੈਂ ਵਿਹੜੇ ਵਿੱਚ, ਹੂੰ ਉਹਨਾਂ ਛੇਤਰ 'ਚ ਥੋੜਾਂ ਦੇ ਵਿੱਚ ਤਬਦੀਲ ਹੋਣਾ ਸੀ। ਹੂੰ ਹੂੰ ਮੈਂ ਸਭ ਕੁਝ ਜਾਣਦੇ ਹੋਏ ਸਵੰਬਰ ਤੀਹ ਕੇ ਆਇਆ ਹਾਂ। ਹੂੰ ਮੈਂ ਸਭ ਕੁਝ ਜਾਣਦੇ ਹੋਏ ਸਵੰਬਰ ਉਹ ਤੀਹ ਕੇ ਬੱਤੀ ਆਇਆ ਹਾਂ। ਹੂੰ ਤੇਰੇ ਸਾਵੇਂ ਮੈਂ ਤੇਰੇ ਸਾਵੇਂ ਤੇਰੇ ਮੂੰਹੋਂ ਮੈਂ ਨਾਮਨਜ਼ੂਰ ਹੋਣਾ ਦੂਰ ਸੀ। ਹੋਣਾ ਸੀ। ਹੂੰ ਤੇ ਆਖਰੀ ਬਹੁਤ ਸ਼ੇਰ ਅੱਛੇ। ਇਸ ਗਜ਼ਲ ਦਾ ਕਿ ਤੂੰ ਲਾ ਕੇ ਕਾਲਜੇ ਕਿਉਂ ਸਬਰ ਮੇਰਾ ਤੋੜ ਦਿੱਤਾ ਹੈ। ਹੂੰ ਹੂੰ ਤੂੰ ਲਾ ਕੇ ਕਾਲਜੇ ਕਿਉਂ ਸਬਰ ਮੇਰਾ ਤੋੜ ਦਿੱਤਾ ਹੈ। ਹੂੰ ਅਜੇ ਇਸ ਦਰਦ ਦੀ ਰੰਗਤ ਨੇ ਗੂੜਾ ਹੋਰ ਹੋਣਾ ਸੀ। ਅਜੇ ਅਜੇ ਇਸ ਦਰਦ ਦੀ ਰੰਗਤ ਨੇ ਗੂੜਾ ਹੋਰ ਹੋਣਾ ਗੂੜਾ ਸੀ। ਹੋਰ ਹੋਣਾ। ਬਹੁਤ ਖੂਬ, ਬਹੁਤ ਅੱਛੇ ਰੰਗ। ਇੱਕ ਗਜ਼ਲ ਹੋਰ ਤੁਹਾਡੇ ਰੂਬਰੂ ਕਿ ਮੁਨਾਖੇ ਸ਼ੀਸ਼ਿਆਂ ਤੇ ਮਾਣ ਕਾਦਾ। ਹੂੰ ਮੁਨਾਖੇ ਸ਼ੀਸ਼ਿਆਂ ਤੇ ਮਾਣ ਕਾਦਾ, ਹੂੰ ਤੇ ਕੀ ਦਾਵਾ ਬਦਲਦੇ ਚਿਹਰਿਆਂ ਤੇ। ਹੂੰ ਮੇਰੇ ਹਿੱਸੇ ਸਫ਼ਰ ਦੀ ਧੂੜ ਆਈ, ਹੂੰ ਕਰੀ ਬੈਠੇ ਜੋ ਪਹੁੰਚੇ ਮੰਜ਼ਿਲਾਂ ਤੇ। ਹਾਂ ਮੇਰੇ ਸੀਨੇ 'ਚ ਗਹਿਰਾ ਦਰਦ ਵੀ ਹੈ, ਹੂੰ ਅਤੇ ਕੁਝ ਰੰਗ ਤੇਰੇ ਪਿਆਰ ਦੇ ਵੀ। ਹੂੰ ਸਹਾਰਾ ਦੇ ਰਹੇ ਇੱਕ ਦੂਸਰੇ ਨੂੰ, ਇਹਨਾਂ ਆਉਣਾ ਹੈ ਇੱਕ ਦਿਨ ਵਰਕਿਆਂ ਤੇ। ਬਹੁਤ ਵਧੀਆ। ਨਦੀ ਨੂੰ ਵਹਿਣ ਦਾ ਦੱਸਣ ਸਲੀਕਾ, ਜਿਨ੍ਹਾਂ ਦੇ ਮਨ 'ਚ ਹਨ ਕੰਕਰ ਖੁਦੀ ਦੇ। ਹੂੰ ਜੋ ਲੈ ਕੇ ਛਤਰੀਆਂ ਨਿਕਲੇ ਘਰਾਂ 'ਚੋਂ, ਉਹ ਕਰਦੇ ਤਬਸਰੇ ਨੇ ਬਾਰਿਸ਼ਾਂ ਤੇ। ਬਹੁਤ ਵਧੀਆ, ਬਹੁਤ ਅੱਛੇ। ਅਗਲਾ ਸ਼ੇਰ ਹੈ ਕਿ ਮੇਰੇ ਹਿੱਸੇ ਦਾ ਮੈਂ ਕਿਸ ਕੋਲ ਹਾਂ ਹੁਣ, ਹੂੰ ਤੇ ਜੋ ਮੈਂ ਹਾਂ ਉਹ ਹਿੱਸਾ ਕਿਸ ਦਾ ਬਾਕੀ। ਮੇਰਾ ਹੂੰ ਕਿਰਦਾਰ ਕਿਸ ਨੇ ਵੰਡਿਆ ਹੈ, ਜੋ ਤਾਲੇ ਲੱਗ ਗਏ ਨੇ ਹਾਸਿਆਂ ਤੇ। ਇਹ ਸ਼ੇਰ ਦੀਪਕ ਦੁਬਾਰਾ ਬੋਲਣਾ। ਦੁਬਾਰਾ ਬੋਲੋ। ਮੇਰੇ ਹਿੱਸੇ ਦਾ ਮੈਂ ਕਿਸ ਕੋਲ ਹਾਂ ਹੁਣ, ਹਾਂ ਤੇ ਜੋ ਮੈਂ ਹਾਂ ਉਹ ਹਿੱਸਾ ਕਿਸ ਦਾ ਬਾਕੀ। ਬਹੁਤ ਵਧੀਆ, ਬਹੁਤ ਅੱਛੇ। ਮੇਰਾ ਕਿਰਦਾਰ ਕਿਸ ਨੇ ਵੰਡਿਆ ਹੈ, ਹੂੰ ਜੋ ਤਾਲੇ ਲੱਗ ਗਏ ਨੇ ਹਾਸਿਆਂ ਤੇ। ਬਹੁਤ ਹੁਣ ਆਖੇ ਸ਼ੀਸ਼ਿਆਂ ਤੇ ਮਾਣ ਕਾਦਾ, ਤੇ ਕੀ ਦਾਵਾ ਬਦਲਦੇ ਚਿਹਰਿਆਂ ਤੇ। ਬਹੁਤ ਅੱਛਾ। ਮੇਰੇ ਹਿੱਸੇ ਸਫ਼ਰ ਦੀ ਧੂੜ ਆਈ, ਘਰੀ ਬੈਠੇ ਜੋ ਪਹੁੰਚੇ ਮੰਜ਼ਿਲਾਂ ਤੇ। ਦੀਪਕ ਬਹੁਤ ਖੂਬ, ਬਹੁਤ ਵਧੀਆ, ਬਹੁਤ ਅੱਛੇ। ਸ਼ੁਕਰੀਆ ਜੀ। ਦੀਪਕ ਤੁਸੀਂ ਜਦੋਂ ਸੁਣਾ ਰਹੇ ਸੀ ਗਜ਼ਲਾਂ, ਤਾਂ ਉਹਦੇ ਵਿੱਚ ਮੈਂ ਜਿਵੇਂ ਤੁਸੀਂ ਸਵੰਬਰ ਦੀ ਗੱਲ ਕੀਤੀ ਹੈ, ਹਾਂ ਮੈਂ ਹਾਂ ਮੈਂ ਮੈਂ ਇੱਕ ਦੋ ਥਾਂ ਤੇ ਟਿੱਪਣੀ ਵੀ ਕੀਤੀ ਹੈ ਵੀ ਦੀਪਕ ਦੀ ਗਜ਼ਲ ਦੇ ਵਿੱਚ ਜਿਹੜੀ ਮਿੱਥ ਹੈ ਉਹ ਬਹੁਤ ਜ਼ਿਆਦਾ ਆਉਂਦੀ ਹੈ। ਸਵੰਬਰ ਦੀ ਗੱਲ ਚੱਲਦੀ ਹੈ, ਕ੍ਰਿਸ਼ਨ ਦੀ ਗੱਲ ਚੱਲਦੀ ਹੈ, ਔਰ ਭੀਸ਼ਮ ਪਿਤਾਮਾ ਦੇ ਤੀਰਾਂ ਦੀ ਗੱਲ ਚੱਲਦੀ ਹੈ, ਤੇ ਕਮੰਡਲ ਦੀ ਗੱਲ ਚੱਲਦੀ ਹੈ, ਕਵਚ ਦੀ ਗੱਲ ਚੱਲਦੀ ਹੈ। ਕਿੰਨੇ ਹੀ ਮੈਟਾਫਰ ਨੇ ਜਿਨ੍ਹਾਂ ਦੀ ਗੱਲ ਚੱਲਦੀ ਹੈ। ਤਾਂ ਮੇਰਾ ਸਵਾਲ ਇਹ ਹੈ ਕਿ ਤੁਸੀਂ ਪੰਜਾਬ ਦੀ ਮਿੱਟੀ 'ਚ, ਪੰਜਾਬ ਦੀ ਰੇਤਲ 'ਚ ਪੈਦਾ ਹੋਏ, ਜਿੱਥੇ ਗੁਰੂ ਸਾਹਿਬਾਨਾਂ ਦਾ ਫਲਸਫਾ ਹੈ, ਉਹਨਾਂ ਦੀ ਬਿੰਬਾਵਲੀ, ਉਹਨਾਂ ਦਾ ਮੈਟਾਫਰ ਸਾਡੇ ਸਾਹਮਣੇ ਆਉਂਦਾ ਹੈ। ਦੁੱਲਾ ਭੱਟੀ ਦਾ ਮੈਟਾਫਰ ਸਾਹਮਣੇ ਆਉਂਦਾ ਹੈ। ਜ਼ਿਆਦਾਤਰ ਜਾਣੀ ਕਿ ਇਸ ਤਰ੍ਹਾਂ ਦਾ ਮੈਟਾਫਰ ਸਾਹਮਣੇ ਆਉਂਦਾ ਹੈ। ਤੁਹਾਡੀ ਸ਼ਾਇਰੀ ਦੇ ਵਿੱਚ ਇਹ ਮੈਟਾਫਰ ਦੋਇਮ ਨੇ, ਤਾਂ ਉਹ ਜਿਹੜੇ ਉਹ ਦੂਸਰੇ ਮੈਟਾਫਰ ਨੇ ਕ੍ਰਿਸ਼ਨ ਦਾ, ਕਰਨ ਦਾ, ਅਰਜਨ ਦਾ, ਜਾਣੀ ਕਿ ਮਹਾਭਾਰਤ ਰਾਮਾਇਣ ਦੇ, ਉਹ ਮੈਟਾਫਰ ਕਾਫੀ ਨੇ। ਉਹਦਾ ਸਰੋਤ ਕੀ ਹੈ, ਉਹ ਕਿੱਥੋਂ ਆ ਰਹੇ ਨੇ? ਜਦੋਂ ਤੁਸੀਂ ਗੱਲ ਕਰਦੇ ਹੋ ਕਿ ਮੈਂ ਹਿੰਦੂ ਮੈਥੋਲੋਜੀ ਦੇ ਜਿਹੜੇ ਮੈਟਾਫਰ ਨੇ ਇਹਨਾਂ ਨੂੰ ਵਰਤ ਰਿਹਾ ਹਾਂ, ਤਾਂ ਉਹ ਕਿੱਥੋਂ ਆ ਰਹੇ ਨੇ। ਇੱਕ ਤਾਂ ਮੇਰਾ ਜਿਹੜਾ ਜਨਮ ਆ ਉਹ ਹਿੰਦੂ ਪਰਿਵਾਰ ਦੇ ਵਿੱਚ ਹੈ, ਤੇ ਭਾਵੇਂ ਮੇਰੇ ਪੇਰੈਂਟਸ ਨੇ ਜਿਹੜੇ ਉਸ ਤਰ੍ਹਾਂ ਦੀਆਂ ਹਿੰਦੂ ਮਾਨਤਾਵਾਂ ਨੂੰ ਨਹੀਂ ਮੰਨਦੇ, ਤੇ ਨਾ ਹੀ ਘਰੇ ਕੋਈ ਉਸ ਕਿਸਮ ਦਾ ਉਚੇਚ ਕਰਦੇ ਨੇ, ਪਰ ਛੋਟੇ ਹੁੰਦਿਆਂ ਤੋਂ ਟੀਵੀ ਸੀਰੀਅਲ ਦੇਖਣੇ, ਉਸ ਤੋਂ ਬਾਅਦ ਵੱਡੇ ਹੋ ਕੇ ਜਦੋਂ ਲਿਟਰੇਚਰ ਪੜ੍ਹਨਾ, ਉਹਦੇ ਵਿੱਚੋਂ ਵੀ ਕੋਸ਼ਿਸ਼ ਕਰਨਾ, ਜਿਵੇਂ ਸਾਡੇ ਮਾਨਸਾ ਦੇ ਨਾਟਕਕਾਰ ਅਜਮੇਰ ਔਲਖ ਦਾ ਨਾਟਕ ਸੀ ਇੱਕ ਰਮਾਇਣ ਹੋਰ, ਉਸ ਤਰ੍ਹਾਂ ਦੀਆਂ ਰਚਨਾਵਾਂ ਪੜ੍ਹਨਾ, ਗੁਰਚਰਨ ਦੀ ਕਿਤਾਬ ਪਾਰਜਾਤ ਦੇ ਫੁੱਲ ਪੜ੍ਹਨਾ, ਜਾਂ ਬਾਵਾ ਮਨਮੋਹਨ ਬਾਵਾ ਦੀਆਂ ਕਹਾਣੀਆਂ ਨੇ ਜਿਹੜੀਆਂ ਇਤਿਹਾਸ ਨਾਲ ਸੰਬੰਧਿਤ, ਆਜ਼ਾਦ ਸੁੰਦਰੀ ਦੀਆਂ, ਉਹਨਾਂ ਨੂੰ ਪੜ੍ਹਨਾ, ਜਾਂ ਉਸ ਕਿਸਮ ਦੀਆਂ ਹੋਰ ਰਚਨਾਵਾਂ ਨੂੰ ਪੜ੍ਹਨਾ। ਤੇ ਇਸ ਤੋਂ ਇਲਾਵਾ ਮਹਾਭਾਰਤ ਤੇ ਰਾਮਾਇਣ ਨੂੰ ਦੇਖਣਾ ਤੇ ਪੜ੍ਹਨਾ, ਉਹ ਚੀਜ਼ਾਂ ਕਿਤੇ ਨਾ ਕਿਤੇ ਮੈਨੂੰ ਪ੍ਰਭਾਵਿਤ ਕਰਦੀਆਂ ਰਹੀਆਂ ਨੇ।
ਖਾਸ ਕਰਕੇ ਮਹਾਭਾਰਤ ਦੀ ਜਿਹੜੀ ਕਹਾਣੀ ਆ ਉਹ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਤੇ ਜਦੋਂ ਮੈਂ ਉਸਨੂੰ ਦੇਖ ਰਿਹਾ ਹਾਂ ਕਿਤੇ ਨਾ ਕਿਤੇ ਮੇਰੇ ਅੰਦਰ ਉਹਨਾਂ ਨੂੰ ਦੇਖਣ ਤੋਂ ਬਾਅਦ ਇੱਕ ਰਚਨਾਕਾਰੀ ਦਾ ਜਿਹੜਾ ਪ੍ਰੋਸੈਸ ਹੈ ਉਹ ਅਚੇਤ ਰੂਪ ਦੇ ਵਿੱਚ ਹੀ ਚੱਲ ਰਿਹਾ ਹੁੰਦਾ, ਜਿਹੜਾ ਕਿਸੇ ਨਾ ਕਿਸੇ ਰੂਪ ਚ ਆ ਕੇ ਸ਼ੇਅਰਾਂ ਦੇ ਵਿੱਚ ਢਲ ਜਾਂਦਾ। ਇਸ ਕਰਕੇ ਮੇਰੀ ਸ਼ੇਅਰਾਂ ਦੇ ਵਿੱਚ ਬਹੁਤ ਥਾਵਾਂ ਤੇ ਇਹ ਮੈਟਾਫਰ ਨੇ ਜਿਹੜੇ ਹਿੰਦੂ ਮਿਥੋਲੋਜੀ ਦੇ ਉਹ ਵਰਤੇ ਗਏ ਨੇ। ਜਗਵਿੰਦਰ ਜੋਧਾ ਦਾ ਇਹ ਵੀ ਮੰਨਣਾ ਹੈਗਾ ਕਿ ਕਈ ਥਾਵਾਂ ਤੇ ਦੀਪਕ ਮਿੱਥ ਨੂੰ ਸਿਰਫ ਪ੍ਰਭਾਸ਼ਿਤ ਕਰਦਾ ਗਾ, ਉਸ ਤੋਂ ਪਾਰ ਨਹੀਂ ਜਾਂਦਾ ਜਾਂ ਉਸਨੂੰ ਸਮਕਾਲ ਨਾਲ ਨਹੀਂ ਜੋੜ ਪਾਉਂਦਾ। ਤੇ ਹੋ ਸਕਦਾ ਕਿ ਜਗਵਿੰਦਰ ਜੋਧਾ ਦੀ ਆਪਣੀ ਸਮਝ ਹੈ ਉਹ ਆਪਣੀ ਜਗ੍ਹਾ ਠੀਕ ਹੋਵੇ, ਕਿਉਂਕਿ ਉਹ ਗਜ਼ਲ ਦੇ ਖੇਤਰ ਦਾ, ਰਚਨਾਤਮਕ ਖੇਤਰ ਦਾ ਵੀ ਤੇ ਆਲੋਚਨਾਤਮਕ ਖੇਤਰ ਦਾ ਵੀ ਪ੍ਰਬੁੱਧ ਸ਼ਾਇਰ ਤੇ ਪ੍ਰਬੁੱਧ ਆਲੋਚਕ ਹੈ। ਤੇ ਜੇ ਮੈਂ ਇਸ ਤਰ੍ਹਾਂ ਦਾ ਹਾਂ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਇਸ ਚੀਜ਼ ਤੋਂ ਪਾਰ ਜਾਵਾਂ ਤੇ ਇਸ ਨੂੰ ਸਮਕਾਲ ਨਾਲ ਜੋੜਨ ਦੀ ਕੋਸ਼ਿਸ਼ ਕਰਾਂ। ਪਰ ਫਿਰ ਵੀ ਮੇਰੇ ਧਿਆਨ ਚ ਹੁੰਦਾ ਕਿ ਮੈਂ ਇਹਨਾਂ ਚੀਜ਼ਾਂ ਨੂੰ ਨਵੇਂ ਸਿਰੋਂ ਦੇਖਾਂ। ਤੇ ਇਹ ਨਹੀਂ ਕਿ ਜਿਹੜੇ ਬਾਕੀ ਜਿਹੜੀਆਂ, ਜਿਸ ਤਰ੍ਹਾਂ ਤੁਸੀਂ ਦੁੱਲਾ ਭੱਟੀ ਦੀ ਗੱਲ ਕੀਤੀ ਆ, ਸਿੱਖੀਜ਼ਮ ਦੀ ਗੱਲ ਕੀਤੀ ਹੈ ਕਿ ਉਹ ਮੇਰੀ ਰਚਨਾ ਦੇ ਵਿੱਚ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਉਹ ਬਹੁਤ ਘੱਟ ਨੇ ਇਸ ਦੇ ਮੁਕਾਬਲੇ। ਜਿਵੇਂ ਮੇਰਾ ਇੱਕ ਸ਼ੇਅਰ ਸੀ ਕਿ ਵੇਲੀਆਂ ਕੌਮਾਂ ਦਾ ਦੱਸ ਇਤਿਹਾਸ ਰਹਿਣਾ ਕਦ ਕੁਤੀਕ, ਕਰ ਲਿਆ ਮਨਫੀ ਖੁਦੀ ਚੋਂ ਕਿਰਤ ਦਾ 6ਵਾਂ ਕਕਾਰ। ਵਾਹ, ਕੀ ਬਾਤ ਹੈ, ਬਹੁਤ ਅੱਛੇ, ਬਹੁਤ ਅੱਛਾ। ਇਹ ਸ਼ੇਅਰ ਮੇਰੀ ਕਿਤਾਬ ਦੇ ਵਿੱਚ ਹੈ। ਹਾਂ ਦੀਪਕ, ਤੁਹਾਡੀ ਗੱਲ ਵਿਚਾਲਿਆ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਕਿ ਆਪਾਂ ਜਿਹੜੀ ਗੱਲ ਕਰਨੀ ਹੈ ਉਹਦਾ ਸੰਬੰਧ ਹਿੰਦੂ ਸਿੱਖ ਨਾਲ ਨਹੀਂ, ਉਹ ਚਲੋ ਹਾਂ ਵੀ ਆਉਂਦੇ ਕਿੱਥੋਂ ਨੇ। ਆਪਣਾ ਮਕਸਦ ਇਹ ਸੀ, ਮੈਂ ਦੋ ਗੱਲਾਂ ਕਰਨੀਆਂ ਨੇ ਤੁਹਾਡੀ ਇਸ ਗੱਲ ਦੇ ਪ੍ਰਸੰਗ 'ਚ। ਇੱਕ ਤਾਂ ਜਗਵਿੰਦਰ ਜੋਧਾ ਨੇ ਟਿੱਪਣੀ ਕੀਤੀ ਹੈ, ਮੈਂ ਨਹੀਂ ਪੜ੍ਹੀ, ਪਰ ਮੈਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਗਜ਼ਲ ਦੀ ਪ੍ਰਾਪਤੀ ਇਹ ਹੈ ਕਿ ਤੁਸੀਂ ਮਿੱਥ ਨੂੰ, ਇਤਿਹਾਸ ਨੂੰ ਮਿਥਿਹਾਸ ਨਾਲ ਜੋੜ ਕੇ ਇੱਕ ਜਿਹੜਾ ਨਵਾਂ ਮੈਟਾਫਰ ਸਾਡੇ ਸਾਹਮਣੇ ਪੇਸ਼ ਕਰਦੇ ਹੋ, ਉਹਦਾ ਸਮਕਾਲ ਦੇ ਵਿੱਚ ਮੂੰਹ ਸਾਨੂੰ ਚਿਹਰਾ ਦਿੰਦਾ, ਜਿਹਦੇ ਕੁਝ ਅਰਥ ਬਣਦੇ ਨੇ। ਮੈਨੂੰ ਦੀਪਕ ਦੀ ਕਵਿਤਾ, ਗਜ਼ਲ ਇਸੇ ਕਰਕੇ ਵੱਡੀ ਲੱਗਦੀ ਹੈ ਕਿ ਉਹ ਇਤਿਹਾਸ ਤੇ ਮਿਥਿਹਾਸ ਨੂੰ ਜੋੜ ਕੇ ਜਦੋਂ ਨਵਾਂ ਬਿੰਬ ਸਿਰਜਦਾ ਹੈ ਤਾਂ ਉਹ ਸਾਡੇ ਪੰਜਾਬੀ ਸ਼ਾਇਰੀ ਲਈ ਅਰਥਵਾਨ ਹੋ ਜਾਂਦਾ। ਇੱਕ ਸਵਾਲ ਇਹਦੇ ਵਿੱਚ ਹੋਰ ਬਣਦਾ, ਤੁਹਾਡੀ ਪਹਿਲੀ ਕਿਤਾਬ ਆਈ ਹੈ ਨਦੀ ਕਲਾਵੇਰੀ 2010 ਚ। ਮੈਨੂੰ ਲੱਗਦਾ ਕਿ ਪਾਰਜਾਤ ਦੇ ਫੁੱਲ ਗੁਰਚਰਨ ਦੀ ਉਸ ਤੋਂ ਬਾਅਦ ਚ ਆਈ ਹੈ। ਤੁਸੀਂ ਉਸ ਤੋਂ ਪਹਿਲਾਂ ਮੰਨ ਲਓ ਰੁਕਮਣੀ, ਰਾਧਾ, ਸਤਿਆਭਾਮਾ, ਕ੍ਰਿਸ਼ਨ ਦੇ ਕਾਫੀ ਮੈਟਾਫਰ ਵਰਤਦੇ ਹੋ। ਔਰ ਇੱਕ ਵਾਰੀ ਤੇਰੇ ਖੁਆੜੇ ਤੇ ਗੱਲਬਾਤ ਕਰਦੇ ਆ, ਮੈਂ ਤੇ ਕੁਲਵਿੰਦਰ ਨੇ ਵੀ ਤੈਨੂੰ ਕਿਹਾ ਸੀ ਵੀ ਯਾਰ ਕਿੰਨੇ ਥਾਵਾਂ ਤੇ ਕ੍ਰਿਸ਼ਨ ਆਇਆ, ਕ੍ਰਿਸ਼ਨ ਕਿੰਨੇ ਹੀ ਰੂਪਾਂ ਚ ਦੀਪਕ ਦੀ ਗਜ਼ਲ ਚ ਆਉਂਦਾ ਹੈ। ਇਹ ਮੋਹ ਕਿਵੇਂ? ਕ੍ਰਿਸ਼ਨ ਮੇਰੀ ਗਜ਼ਲ ਦੇ ਵਿੱਚ ਇਸ ਕਰਕੇ ਆਉਂਦਾ ਕਿ ਉਹ ਮੈਨੂੰ ਬਹੁਤ ਪਿਆਰਾ ਪਾਤਰ ਲੱਗਦਾ ਹਿੰਦੂ ਮਿਥੋਲੋਜੀ ਦੇ ਵਿੱਚੋਂ। ਜਿਸ ਤਰ੍ਹਾਂ ਉਹ ਸਾਡੀਆਂ ਸਥਾਪਿਤ ਮਾਨਤਾਵਾਂ ਨੂੰ ਤੋੜਦਾ ਕ੍ਰਿਸ਼ਨ ਆਪਣੇ ਵੇਲੇ ਦੇ ਵਿੱਚ, ਉਹਨਾਂ ਨਾਲ ਉਹ ਮਤਲਬ ਕਿ ਟੱਕਰ ਲੈਂਦਾ ਗਾ, ਤੇ ਜੋ ਵੀ ਚੀਜ਼ ਉਹਨੂੰ ਲੱਗਦੀ ਹੈ ਕਿ ਇਹ ਚੀਜ਼ ਉਹਨੂੰ ਬੰਨ ਰਹੀ ਹੈ, ਉਹ ਉਸ ਚੀਜ਼ ਨੂੰ ਤੋੜਦਾ ਗਾ। ਉਹਦੇ ਲਈ ਕੋਈ ਚੀਜ਼ ਮਰਿਆਦਾ ਨਹੀਂ ਹੈ, ਉਹਦੇ ਲਈ ਕੋਈ ਚੀਜ਼ ਦਾਇਰਾ ਨਹੀਂ ਹੈ। ਮੈਨੂੰ ਉਹਦੀ ਇਹੋ ਗੱਲ ਬੜੀ ਖੂਬਸੂਰਤ ਲੱਗਦੀ ਹੈ, ਬੜੀ ਪਿਆਰੀ ਲੱਗਦੀ ਹੈ। ਦੂਸਰਾ ਇਹ ਹੈ ਕਿ ਉਹਦਾ ਸਥਾਈ ਵਜੂਦ ਹੈ ਜਿਹੜਾ, ਉਹਨੂੰ ਤੁਸੀਂ ਕਿਸੇ ਇੱਕ ਪਰਿਭਾਸ਼ਾ ਦੇ ਵਿੱਚ ਨਹੀਂ ਬੰਨ ਸਕਦੇ। ਕ੍ਰਿਸ਼ਨ ਦੀ ਆਈਡੀਓਲੋਜੀ ਹੈ ਜਿਹੜੀ, ਉਹਨੂੰ ਤੁਸੀਂ ਕਿਸੇ ਇੱਕ ਪਰਿਭਾਸ਼ਾ ਦੇ ਵਿੱਚ ਨਹੀਂ ਬੰਨ ਸਕਦੇ। ਉਹ ਹਰ ਵਕਤ ਨਵਾਂ ਤੁਹਾਡੇ ਲਈ। ਤੁਹਾਨੂੰ ਨਹੀਂ ਪਤਾ ਕਿ ਉਸ ਦਾ ਵਿਜ਼ਨ ਹੈ ਜਿਹੜਾ, ਉਸ ਦਾ ਪ੍ਰਤੀਕਰਮ ਹੈ ਜਿਹੜਾ, ਉਸ ਦਾ ਰਿਐਕਸ਼ਨ ਹੈ ਜਿਹੜਾ, ਅਗਲੇ ਪਲ ਕੀ ਹੋ ਸਕਦਾ। ਮੈਨੂੰ ਉਸਦੀ ਇਹੀ ਚੀਜ਼ ਖੂਬਸੂਰਤ ਲੱਗਦੀ ਹੈ ਤੇ ਇਸੇ ਕਰਕੇ ਉਹ ਮੇਰੀ ਗਜ਼ਲ ਦੇ ਵਿੱਚ ਵਾਰ-ਵਾਰ ਆਉਂਦਾ। ਦੀਪਕ ਜੀ ਤਾਂ ਕਰਦਾ ਆਪਾਂ ਇੱਥੇ ਹੋਰ ਗੱਲਾਂ ਕਰੀਏ, ਪਰ ਆਪਾਂ ਇੱਥੋਂ ਅੱਗੇ ਲੰਘਦੇ, ਥੋੜਾ ਜਿਹਾ ਸਮਾਂ ਲੰਘ ਰਿਹਾ। ਮੈਂ ਜਦੋਂ ਦੀਪਕ ਨੂੰ ਪੜ੍ਹਦਾ, ਮੁਕੰਮਲ ਟੈਕਸਟ 'ਚ ਪੜ੍ਹਦਾ, ਤਾਂ ਮੈਨੂੰ ਲੱਗਦਾ ਕਿ ਦੀਪਕ ਨੇ ਜਗਤਾਰ ਦੇ ਕੰਮ ਕੀਤਾ ਔਰ ਬੜਾ ਖੁੱਭ ਕੇ ਕੰਮ ਕੀਤਾ। ਜਿਸ ਤਰ੍ਹਾਂ ਅੱਜ ਕੱਲ੍ਹ PhD ਦੇ ਥੀਸਿਸ ਆ ਰਹੇ ਨੇ, ਦੀਪਕ ਦਾ ਕੰਮ ਬੋਲਦਾ। ਪਰ ਇੱਕ ਇਹਦੇ 'ਚ ਮੈਨੂੰ ਲੱਗਦਾ ਕਿ ਦੀਪਕ ਦੀ ਗਜ਼ਲ ਤੇ ਜਗਤਾਰ ਦਾ ਅਸਰ ਦਿਖਦਾ। ਬਿਲਕੁਲ। ਜਦੋਂ ਮੇਰੀ ਪਹਿਲੀ ਕਿਤਾਬ ਆਈ ਸੀ, ਇਹ ਗੱਲ ਸ਼ਾਇਦ ਮੈਂ ਪਹਿਲਾਂ ਵੀ ਕਿਤੇ ਕਹੀ ਹੈਗੀ ਕਿ ਉਦੋਂ ਮੇਰੇ ਜਿਹੜੇ ਵਿਦਿਆਰਥੀ ਸੀ, ਅੱਜ ਕੱਲ ਉਹ ਪੜ੍ਹਾ ਰਹੇ ਨੇ ਕਿਤੇ ਜਾਂ ਪੜ੍ਹ ਰਹੇ ਨੇ ਹਾਇਰ ਐਜੂਕੇਸ਼ਨ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਦੋ ਵਿਦਿਆਰਥੀਆਂ ਨੇ ਤੇ ਇੱਕ ਦੋ ਮੇਰੇ ਉਸ ਵੇਲੇ ਦੇ ਦੋਸਤਾਂ ਨੇ, ਜਿਵੇਂ ਜਗਦੀਪ ਹੈ ਖੰਨੇ ਦਾ, ਉਸਦੀ ਇੱਕ ਕਿਤਾਬ ਆਈ ਸੀ ਮੇਰੇ ਬਾਰੇ, ਉਹ ਵੀ ਮੈਨੂੰ ਅੱਛੀ ਲੱਗਦੀ ਹੈ। ਉਸਦੀ ਸ਼ਾਇਰੀ, ਸ਼ਾਇਦ ਮੈਂ ਪਹਿਲਾਂ ਉਸਦਾ ਨਾਮ ਭੁੱਲ ਗਿਆ ਸੀ। ਤਾਂ
ਉਸਨੇ ਵੀ ਮੈਨੂੰ ਕਿਹਾ ਸੀ ਕਿ ਤੇਰੀ ਗਜ਼ਲ ਦੇ ਉੱਪਰ ਡਾਕਟਰ ਜਗਤਾਰ ਦਾ ਪ੍ਰਭਾਵ ਹੈ। ਵਾਕਈ ਮਤਲਬ ਕਿ ਮੈਂ ਜਦੋਂ ਗਜ਼ਲ ਪੜ੍ਹਦਿਆਂ ਡਾਕਟਰ ਜਗਤਾਰ ਦੀ ਗਜ਼ਲ ਨੂੰ ਪੜ੍ਹਿਆ ਤਾਂ ਮੈਨੂੰ ਇੱਕ ਵਾਰ ਬਾਕੀ ਦੀ ਗਜ਼ਲ ਹੈ ਜਿਹੜੀ ਕੁਝ ਕੁ ਰਚਨਾਕਾਰਾਂ ਨੂੰ ਛੱਡ ਕੇ ਫਿੱਕੀ ਲੱਗਣ ਲੱਗ ਪਈ ਸੀ। ਮੈਨੂੰ ਇਸ ਤਰ੍ਹਾਂ ਲੱਗਣ ਲੱਗ ਪਿਆ ਸੀ ਕਿ ਜੇ ਗਜ਼ਲ ਹੈ ਤਾਂ ਡਾਕਟਰ ਜਗਤਾਰ ਕੋਲ ਹੈ, ਜਿਹੜਾ ਚਿੰਤਨ ਹੈ ਉਹ ਡਾਕਟਰ ਜਗਤਾਰ ਕੋਲ ਹੈ। ਤਾਂ ਸੁਭਾਵਿਕ ਸੀ ਕਿ ਉਸ ਦਾ ਇੰਨਾ ਜ਼ਿਆਦਾ ਪ੍ਰਭਾਵ ਬੋਲਣਾ ਉਹ ਮੇਰੇ ਪਹਿਲੀ ਕਿਤਾਬ ਦੇ ਵੀ ਸ਼ਬਦਾਵਲੀ ਦੇ ਵਿੱਚੋਂ ਤੇ ਅੰਦਾਜ਼ ਦੇ ਵਿੱਚੋਂ ਕਿਤੇ ਕਿਤੇ ਝਲਕਦਾ, ਜਿਸ ਕਰਕੇ ਇਹ ਤੁਹਾਡਾ ਮੰਨਣਾ ਜਾਂ ਤੁਹਾਡੀ ਇਹ ਸਮਝ ਰੱਖਣੀ ਕਿ ਮੇਰੀ ਗਜ਼ਲ ਦੇ ਉੱਪਰ ਡਾਕਟਰ ਜਗਤਾਰ ਦੀ ਸ਼ਾਇਰੀ ਦਾ ਪ੍ਰਭਾਵ ਹੈ, ਇਹ ਠੀਕ ਗੱਲ ਹੈਗੀ, ਕਿਉਂਕਿ ਮੈਂ ਡਾਕਟਰ ਜਗਤਾਰ ਦੇ ਪ੍ਰਭਾਵ ਵਿੱਚ ਰਿਹਾ, ਥੋੜਾ ਸਮਾਂ ਉਹਨਾਂ ਦੇ ਨਾਲ ਰਹਾਂਗਾ, ਪਰ ਪ੍ਰਭਾਵ ਵਿੱਚ ਬਹੁਤ ਜ਼ਿਆਦਾ ਰਿਹਾ। ਅੱਜ ਵੀ ਜੇ ਇੰਨੇ ਸ਼ਾਇਰ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਪੰਜਾਬੀ ਦੇ, ਪਰ ਜੇ ਮੈਂ ਕਿਸੇ ਇੱਕ ਗਜ਼ਲ ਗੋ ਦਾ ਨਾਮ ਲੈਣਾ ਹੋਵੇ ਤਾਂ ਉਹ ਡਾਕਟਰ ਜਗਤਾਰ ਹੈ ਪੰਜਾਬੀ ਦੇ ਵਿੱਚੋਂ। ਦੀਪਕ, ਤੁਸੀਂ ਇੱਕ ਸ਼ਬਦ ਵਰਤਿਆ ਵੀ ਡਾਕਟਰ ਜਗਤਾਰ ਦੀ ਸ਼ਾਇਰੀ ਦੇ ਸਾਹਮਣੇ ਬਾਕੀ ਸ਼ਾਇਰ ਫਿੱਕੇ ਲੱਗਦੇ ਨੇ, ਤਾਂ ਮੇਰਾ ਸਵਾਲ ਹੈ ਵੀ ਜਗਤਾਰ ਵੱਖਰਾ ਕਿਵੇਂ ਹੈ? ਜਿਹੜੀ ਮੇਰੀ ਗੱਲ ਹੈ ਉਸ ਨੂੰ ਤੁਸੀਂ ਸਮਝੋ ਕਿ ਜਾਂ ਮੈਂ ਨਹੀਂ ਸਮਝਾ ਪਾਇਆ, ਕਨਵੇ ਕਰ ਪਾਇਆ। ਜਿਸ ਵੇਲੇ ਡਾਕਟਰ ਜਗਤਾਰ ਪੰਜਾਬੀ ਗਜ਼ਲ ਨੂੰ ਹੱਥ ਪਾਉਂਦਾ ਉਸ ਵੇਲੇ ਪੰਜਾਬੀ ਗਜ਼ਲ ਸਥਾਪਿਤ ਹੋ ਰਹੀ ਹੈ, ਠੀਕ ਹੈ ਨਾ, ਕਿਉਂਕਿ ਉਸ ਤੋਂ ਪਹਿਲਾਂ ਮੋਹਨ ਸਿੰਘ ਹੋਰਾਂ ਨੇ, ਤਖਤ ਸਿੰਘ ਹੋਰਾਂ ਨੇ ਪੰਜਾਬੀ ਦੀ ਰਹਿਤਲ ਦੇ ਅਕੋਰਡਿੰਗ ਗਜ਼ਲ ਨੂੰ ਢਾਲਿਆ, ਪਰ ਡਾਕਟਰ ਜਗਤਾਰ ਤੇ ਸੁਰਜੀਤ ਪਾਤਰ ਦੋ ਅਜਿਹੇ ਸ਼ਖਸ ਨੇ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਗਜ਼ਲ ਨੂੰ ਮਾਨਤਾ ਵੀ ਦਵਾਈ ਤੇ ਉਸ ਦੇ ਦਾਇਰੇ ਨੂੰ ਵਸੀਹ ਕੀਤਾ। ਡਾਕਟਰ ਜਗਤਾਰ ਦੀ ਜਿਹੜੀ ਕਾਵ ਦ੍ਰਿਸ਼ਟੀ ਹੈ ਉਹ ਗਜ਼ਲ ਦੇ ਸਿਧਾਂਤਕ ਤੇ ਸਿਰਜਣਾਤਮਕ ਅਮਲ ਨੂੰ ਪਰੰਪਰਾਗਤ ਦਾਇਰੇ ਦੇ ਵਿੱਚੋਂ ਕੱਢਦੀ ਹੈ ਤੇ ਸਮਕਾਲ ਦੀ ਹਾਣੀ ਬਣਾਉਂਦੀ ਹੈ। ਇਹ ਜਿਹੜਾ ਟਰਨਿੰਗ ਪੁਆਇੰਟ ਸੀ ਗਜ਼ਲ ਨੂੰ, ਉਹ ਡਾਕਟਰ ਜਗਤਾਰ ਨੇ ਦਿੱਤਾ। ਜਿਸ ਵੇਲੇ ਸਾਡੀ ਕਵਿਤਾ, ਖੁੱਲੀ ਕਵਿਤਾ ਜਿਹਨੂੰ ਅਸੀਂ ਪ੍ਰਗਤੀਵਾਦੀ ਕਵਿਤਾ ਆਪਾਂ ਕਹਿੰਦੇ ਕਿ ਉਹ ਰਿਪੀਟ ਹੋ ਰਹੀ ਹੈ ਤੇ ਪ੍ਰਗਤੀਵਾਦੀ ਕਵਿਤਾ ਟੁੱਟ ਰਹੀ ਹੈ ਉਸ ਵੇਲੇ ਆ ਕੇ 1957-58 ਦੇ ਆਸ-ਪਾਸ ਆ ਕੇ, ਤੇ ਜਾਂ ਇਹ ਕਹਿ ਰਹੇ ਆ ਕਿ ਪ੍ਰਯੋਗਸ਼ੀਲ ਉਸ ਵੇਲੇ ਕਵਿਤਾ ਹੁੰਦੀ ਹੈਗੀ ਜਿਸ ਨੂੰ ਅਸੀਂ ਕਹਿੰਦੇ ਆ ਕਿ ਉਹ ਮਨੁੱਖ ਦੇ ਸਿਰਫ ਅੰਤਰੀਲੀ ਜਗਤ ਨੂੰ ਤਾਂ ਰਿਫਲੈਕਟ ਕਰਦੀ ਹੈ ਪਰ ਬਾਹਰੀ ਜਗਤ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੋੜ ਦਿੰਦੀ ਹੈ। ਤਾਂ ਡਾਕਟਰ ਜਗਤਾਰ ਦੀ ਗਜ਼ਲ ਅਜਿਹਾ ਬੈਲੈਂਸ ਬਣਾਉਂਦੀ ਹੈਗੀ। ਉਸ ਕਰਕੇ ਮੈਂ ਕਹਿ ਰਿਹਾ ਕਿ ਜਦੋਂ ਮੈਂ ਉਸ ਦੀ ਗਜ਼ਲ ਨੂੰ, ਉਸ ਵੇਲੇ ਦੀ ਗਜ਼ਲ ਨੂੰ ਪੜ੍ਹਦਾ ਤਾਂ ਉੱਥੇ ਮੈਨੂੰ ਸ਼ਾਇਰ ਨੇ ਜਿਹੜੇ ਉਹ ਫਿੱਕੇ ਲੱਗਣ ਲੱਗ ਜਾਂਦੇ ਨੇ, ਤੇ ਪਰ ਹੌਲੀ ਹੌਲੀ ਜਦੋਂ ਮੈਂ ਬਾਕੀਆਂ ਨੂੰ ਪੜ੍ਹਦਾ, ਉਸ ਤੋਂ ਬਾਅਦ ਵਾਲਿਆਂ ਨੂੰ ਪੜ੍ਹਦਾ, ਤਾਂ ਮੈਨੂੰ ਲੱਗਦਾ ਕਿ ਡਾਕਟਰ ਜਗਤਾਰ ਦਾ ਵਾਕਈ ਪੰਜਾਬੀ ਗਜ਼ਲ ਦੇ ਵਿੱਚ ਇੱਕ ਮੁਕਾਮ ਹੈ। ਉਹ ਸਿਰਫ ਰਚਨਾਤਮਕ ਪੱਧਰ ਤੇ ਨਹੀਂ ਹੈ, ਉਹ ਰਚਨਾਤਮਕ ਪੱਧਰ ਦੇ ਨਾਲ ਨਾਲ ਉਸ ਦੇ ਆਲੋਚਨਾਤਮਕ ਰਵੱਈਏ ਕਰਕੇ ਵੀ ਹੈ। ਜੋ ਉਹਨਾਂ ਨੇ ਕਿਤਾਬਾਂ ਦੀਆਂ ਭੂਮਿਕਾਵਾਂ ਲਿਖੀਆਂ ਜਾਂ ਇੰਟਰਵਿਊਜ਼ ਕੀਤੀਆਂ, ਉਹਦੇ ਵਿੱਚ ਸਾਨੂੰ ਡਾਕਟਰ ਜਗਤਾਰ ਦੀ ਗਜ਼ਲ ਪ੍ਰਤੀ ਜਿਹੜੀ ਸਮਝ ਹੈ ਉਹਦੇ ਬਾਰੇ ਬਖੂਬੀ ਪਤਾ ਲੱਗਦਾ। ਵੈਸੇ ਵੀ ਡਾਕਟਰ ਜਗਤਾਰ ਦੇ ਜਿਹੜੇ ਸ਼ੇਅਰ ਨੇ ਉਹਦੇ ਬਹੁਤ ਰੰਗ ਨੇ, ਮਤਲਬ ਕਹਿਰੀ ਗੁਣਤਰ ਦਾ, ਕਹਿਰੇ ਪਿੰਡ ਦਾ ਸ਼ੇਅਰ ਨਹੀਂ ਹੈਗਾ। ਜੇ ਤੁਹਾਨੂੰ ਕਹਿਣਾ ਹੋਵੇ ਕਿ ਡਾਕਟਰ ਜਗਤਾਰ ਦੇ ਕੋਈ 5 ਜਾਂ 4 ਸ਼ੇਅਰ ਜਿਹੜੇ ਤੁਹਾਨੂੰ ਲੱਗਦਾ ਕਿ ਸਰਵੋਤਮ ਨੇ, ਤੁਹਾਨੂੰ ਲੱਗਦਾ ਕਿ ਮੈਨੂੰ ਮੇਰੇ ਦਿਲ ਦੇ ਨੇੜੇ ਨੇ, ਉਹ ਸਾਂਝੇ ਕਰਨੇ ਨੂੰ ਤੁਸੀਂ ਕਰ ਸਕਦੇ ਹੋ? ਹਾਂ, ਮੈਂ ਇਹਦੇ ਨਾਲ ਇੱਕ ਮਜ਼ਾਕੀਆ ਗੱਲ ਹੋ ਸਕਦਾ। ਜਗਤਾਰ ਦੇ ਜਿਹੜੇ ਸ਼ੇਅਰ ਸੀ ਮੇਰੇ ਬਹੁਤ ਜ਼ਿਆਦਾ ਕਰੀਬ ਨੇ ਤੇ ਸ਼ਿੱਦਤ ਨਾਲ ਮੇਰੇ ਯਾਦ ਨੇ। ਮੈਂ ਜਦੋਂ ਮੈਂ PhD ਸਟਾਰਟ ਕੀਤੀ 2012-13 ਦੇ ਵਿੱਚ, ਤੇ ਮੈਂ ਡਾਕਟਰ ਜਗਤਾਰ ਦਾ ਜਿਹੜਾ ਸਮੁੱਚਾ ਕਾਵਿ ਸੰਗ੍ਰਹਿ ਹੈ ਉਹ ਚੁੱਕਣਾ, ਹਰ ਮੋੜ ਤੇ ਸਲੀਬਾਂ ਪੜ੍ਹਨਾ ਤੇ ਸੌਂ ਜਾਣਾ। ਮੇਰੀ ਵਾਈਫ ਨੇ 15-20 ਦਿਨ ਤਾਂ ਦੇਖਿਆ, ਕਹਿੰਦੀ ਤੁਸੀਂ ਸ਼ੇਅਰ ਪੜ੍ਹਦੇ ਹੋ, ਫੀਲਿੰਗ ਜੀ ਲੈ ਕੇ ਸੌਂ ਜਾਂਦੇ ਹੋ, PhD ਦੇ ਤਾਂ ਕੁਛ ਨਹੀਂ ਕਰਦੇ ਲੱਗਦੇ। ਬਹੁਤ ਵਧੀਆ। ਤਾਂ ਮੈਂ ਮਤਲਬ ਕਿ ਡਾਕਟਰ ਜਗਤਾਰ ਨੂੰ ਇੰਨੀ ਸ਼ਿੱਦਤ ਨਾਲ ਪੜ੍ਹਿਆ, ਤੇ ਜਿਸ ਤਰ੍ਹਾਂ ਵਾਈਵੇ ਤੋਂ ਪਹਿਲਾਂ ਇੱਕ ਡਰ ਜਿਹਾ ਹੁੰਦਾ ਗਾ ਕਿ ਪਤਾ ਨਹੀਂ ਐਗਜ਼ਾਮੀਨਰ ਕੀ ਕੁਛ ਪੁੱਛੇਗਾ, ਭਾਵੇਂ ਤੁਸੀਂ ਕੰਮ ਕਿੰਨੀ ਵੀ ਸ਼ਿੱਦਤ ਨਾਲ ਕੀਤਾ ਹੋਵੇ, ਇੱਕ ਡਰ ਜ਼ਰੂਰ ਹੁੰਦਾ। ਤਾਂ ਮੈਂ ਆਪਣੇ ਦੋਸਤਾਂ ਨੂੰ ਮਜ਼ਾਕ ਚ ਕਹਿਣਾ ਹੁੰਦਾ ਸੀ ਕਿ ਮੈਨੂੰ ਬਸ ਉਹ ਏਦਾਂ ਕਹਿ ਦੇਣਾ ਕਿ ਡਾਕਟਰ ਜਗਤਾਰ ਦੇ ਇੱਥੇ ਗਿਣ ਕੇ 100 ਸ਼ੇਅਰ ਸੁਣਾ ਦੇ, ਰੁਕਣਾ ਨਹੀਂ ਹੈ, ਇਹੀ ਤੇਰਾ ਵਾਈਵਾ। ਤਾਂ ਮੈਂ ਇੱਕ ਦਾਅਵੇ ਨਾਲ ਕਹਿ ਦਿੰਦਾ ਸੀ ਕਿ ਹਾਂ ਮੈਂ 100 ਸ਼ੇਅਰ ਸੁਣਾ ਦਿੰਦਾ, ਬਸ ਹੋਰ ਪੁੱਛਿਓ। ਕਿਆ ਬਾਤ ਹੈ। ਹੁਣ ਤੁਸੀਂ 100 ਨਹੀਂ ਸੁਣਾਉਣੇ, 50 ਨਹੀਂ ਸੁਣਾਉਣੇ, 20 ਨਹੀਂ ਸੁਣਾਉਣੇ, 3-4 ਹੀ ਸੁਣਾਉਣੇ ਆ। ਮੈਂ ਤੁਹਾਨੂੰ 3-4 ਸ਼ੇਅਰ ਜਿਹੜੇ ਮੇਰੇ ਬਹੁਤ ਕਰੀਬ ਨੇ ਡਾਕਟਰ ਜਗਤਾਰ ਦੇ ਸੁਣਾਉਣਾ।
ਡਾਕਟਰ ਜਗਤਾਰ ਦਾ ਇੱਕ ਸ਼ੇਅਰ ਹੈ ਕਿ ਅਜੇ ਵੀ ਸੁਲਗਦਾ ਇੱਕ ਬੁਝ ਗਿਆ ਰਿਸ਼ਤਾ ਮੇਰੇ ਅੰਦਰ, ਹਾਂ। ਅਜੇ ਵੀ ਸੁਲਗਦਾ ਇੱਕ ਬੁਝ ਗਿਆ ਰਿਸ਼ਤਾ ਮੇਰੇ ਅੰਦਰ, ਹੂੰ। ਅਜੇ ਵੀ ਬਾਸ ਹੈ ਦਰਿਆ 'ਚ ਡੁੱਬ ਚੁੱਕੇ ਚਿਰਾਗਾਂ ਦੀ। ਕਿਆ ਬਾਤ ਹੈ, ਕਿਆ ਬਾਤ ਹੈ। ਇੱਕ ਡਾਕਟਰ ਜਗਤਾਰ ਦਾ ਸ਼ੇਅਰ ਹੈ ਕਿ ਮੈਂ ਤੁਹਾਨੂੰ ਅਲੱਗ-ਅਲੱਗ ਰੰਗ ਦੇ ਸੁਣਾਉਣਾਗਾ। ਹਾਂ ਬਿਲਕੁਲ। ਆ ਕਿਤੇ ਜਗਤਾਰ ਬਹਿ ਕੇ ਸੋਚੀਏ ਇਸ ਦਾ ਇਲਾਜ। ਹੂੰ। ਮੋਮ ਦੇ ਲੋਕ ਚਾਹੇ ਸ਼ੇਅਰ। ਆ ਹੂੰ। ਕਿਤੇ ਜਗਤਾਰ ਬਹਿ ਕੇ ਸੋਚੀਏ ਇਸ ਦਾ ਇਲਾਜ, ਬਸਤੀਆਂ ਦੇ ਮਸਤਕਾਂ ਵਿੱਚ ਕਿਉਂ ਚਿਰੋਕੀ ਸ਼ਾਮ ਹੈ। ਹੂੰ। ਬਹੁਤ ਸੋਹਣਾ। ਡਾਕਟਰ ਜਗਤਾਰ ਦਾ ਸ਼ੇਅਰ ਹੈ ਕਿ ਮੇਰੀਆਂ ਗਜ਼ਲਾਂ ਵਿੱਚ ਤੇਰਾ ਜ਼ਿਕਰ ਹੈ ਨਾ ਨਕਸ਼ ਹਨ। ਹੂੰ। ਤੁਸੀਂ ਮੈਨੂੰ ਪੁੱਛਿਆ ਸੀ ਕਿ ਜਦੋਂ ਸ਼ਾਇਰੀ ਦੇ ਤੁਸੀਂ ਮੁੱਢਲੇ ਪੜਾਅ ਤੇ ਹੁੰਦੇ ਹੋ ਤਾਂ ਕੁਝ ਚਿਹਰੇ ਤੁਹਾਨੂੰ ਇੰਸਪਾਇਰ ਕਰਦੇ ਨੇ ਗਜ਼ਲ ਲਿਖਣ ਲਈ, ਤਾਂ ਮੈਨੂੰ ਇਹ ਸ਼ੇਅਰ ਉਦਾਂ ਦਾ ਲੱਗਦਾ ਕਿ ਮੇਰੀਆਂ ਗਜ਼ਲਾਂ 'ਚ ਤੇਰਾ ਜ਼ਿਕਰ ਹੈ ਨਾ ਨਕਸ਼ ਹਨ, ਤੂੰ ਮੇਰਾ ਦੀਵਾਨ ਸਿਰ ਤੇ ਰੱਖ ਕੇ ਮੁੜ ਕੇ ਫੇਰ ਕਹਿ। ਵਾਹ। ਤਾਂ ਗਜ਼ਲ ਦੀ ਨੇਚਰ ਬਾਰੇ, ਪ੍ਰਕਿਰਤੀ ਬਾਰੇ ਡਾਕਟਰ ਜਗਤਾਰ ਲਿਖ ਰਹੇ ਨੇ ਕਿ ਗਜ਼ਲਾਂ ਦੇ ਸ਼ੇਅਰ ਕਹਿਣਾ ਕੁਝ ਇਸ ਤਰ੍ਹਾਂ ਹੈ ਜੀਕੂ, ਪਾਣੀ 'ਚ ਮੇਖ ਗੱਡਣੀ, ਪੌਣਾ 'ਚ ਰੰਗ ਭਰਨਾ। ਕਿਆ ਬਾਤ ਹੈ ਯਾਰ, ਬਹੁਤ ਕਮਾਲ ਦਾ ਸ਼ੇਅਰ, ਬਹੁਤ ਕਮਾਲ, ਬਹੁਤ ਖੂਬਸੂਰਤ। ਜਿਹੜੇ ਪਰੰਪਰਾਗਤ ਧਾਰਨਾਵਾਂ ਨੂੰ ਲੈ ਕੇ ਚੱਲ ਰਹੇ ਸੀ ਗਜ਼ਲ ਦੇ ਵਿੱਚ, ਜਿਹੜੇ ਸਿਰਫ ਕਹਿੰਦੇ ਸੀ ਕਿ ਬਿੰਬ ਵਧਾਣੀ ਹੀ ਸਾਰਾ ਕੁਝ ਹੁੰਦਾ, ਉਹਨਾਂ ਨੂੰ ਡਾਕਟਰ ਜਗਤਾਰ ਨੇ ਲਿਖਿਆ ਸੀ ਕਿ ਜ਼ੌਕ ਤੇ ਦਾਗ ਦੇ ਪਾਲੇ ਤੋਤੇ ਕਈ, ਬਹਿ ਕੇ ਖੰਡ ਰਾਤ ਤੇ ਕਰ ਰਹੇ ਮਸ਼ਵਰਾ, ਇਸ ਪਰਿੰਦੇ ਦੇ ਪਰ ਨੋਚ ਕੇ ਸੁੱਟ ਦਿਓ, ਇਸ ਨੂੰ ਕੀ ਪਤਾ ਬਹਿਰ ਦਾ ਤਾਲ ਦਾ। ਕਿਆ ਬਾਤ ਹੈ, ਬਹੁਤ ਅੱਛੇ। ਡਾਕਟਰ ਜਗਤਾਰ ਦਾ ਸ਼ੇਅਰ ਉਹਨਾਂ ਸ਼ਾਇਰਾਂ ਦਾ ਸੰਵਾਦ ਸੀ ਜਿਹੜੇ ਬਹੁਤ ਖੂਬਸੂਰਤ ਮਤਲਬ ਸ਼ੇਅਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ। ਮੈਂ ਡਾਕਟਰ ਕੁਲਦੀਪ ਹੋਰਾਂ ਤੋਂ ਪੁੱਛਣਾ ਚਾਹੁੰਦਾ ਕਿ ਆਪਣੇ ਕੋਲ ਸਮਾਂ ਕਿੰਨਾ, ਫਿਰ ਕਿਉਂਕਿ ਉਸ ਹਿਸਾਬ ਨਾਲ ਆਪਾਂ ਅੱਗੇ ਗੱਲ ਵਧਾਵਾਂਗੇ। ਆਪਣੇ ਕੋਲ 10 ਮਿੰਟ ਨੇ। 10 ਮਿੰਟ ਨੇ। ਦੀਪਕ, ਮੈਂ ਗਜ਼ਲ ਬਾਰੇ ਤੇ ਤੁਹਾਡੇ ਸਮਕਾਲੀ ਸ਼ਾਇਰਾਂ ਬਾਰੇ ਵੀ ਤੁਹਾਡੇ ਨਾਲ ਜੋੜ ਕੇ ਗੱਲ ਕਰਨੀ ਸੀ, ਉਹਨੂੰ ਮੈਂ ਛੱਡ ਰਿਹਾ। ਤੁਸੀਂ ਅਧਿਆਪਨ ਖੇਤਰ ਨਾਲ ਜੁੜੇ ਹੋਏ ਹੋ ਔਰ ਅੱਜ ਕੱਲ ਮੋਦੀ ਕਾਲਜ ਦੇ ਵਿੱਚ ਤੁਸੀਂ ਪੜ੍ਹਾ ਰਹੇ ਹੋ, ਜਿਹੜਾ ਜਿੱਥੇ ਆਪਾਂ ਗੱਲ ਕਰ ਰਹੇ ਜਿਸ ਮੰਚ ਤੇ, ਇਹ ਵੀ ਮਤਲਬ ਸਿਰਜਣਾ ਦੇ ਨਾਲ ਜੁੜਿਆ ਹੋਇਆ ਮੰਚ ਹੈ। ਬੇਸ਼ੱਕ ਬਹੁਤ ਸਾਰੀਆਂ ਕਲਾਮਾਂ ਤੇ ਮੰਚ ਇਹ ਕੰਮ ਕਰ ਰਿਹਾ, ਪਰ ਸਿੱਖਿਆ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਅਧਿਆਪਕ ਸਾਹਿਬਾਨ ਨੇ, ਸਾਹਿਤਕ ਮਸਤ ਦੇ ਦੋਸਤ ਨੇ, ਉਹ ਸਾਡੇ ਨਾਲ ਜੁੜੇ ਹੋਏ ਨੇ। ਤੁਸੀਂ ਕੁਝ ਸਮਾਂ ਮਾਲਵੇ ਦੇ ਵਿੱਚ ਚਰਚਿਤ ਕਾਲਜ ਗੁਰੂ ਨਾਨਕ ਦੇਵ ਕਾਲਜ ਬੁਢਲਾਡਾ ਦੇ ਵਿੱਚ ਪੜ੍ਹਾਇਆ। ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿੱਚ ਪੜ੍ਹਾਇਆ, ਤੇ ਅੱਜ ਕੱਲ੍ਹ ਤੁਸੀਂ ਮੋਦੀ ਕਾਲਜ ਪੜ੍ਹਾ ਰਹੇ ਹੋ। ਤੁਹਾਡਾ ਜਾਣੀ ਕਿ ਕਈ ਸਾਲਾਂ ਦਾ ਇੱਕ ਅਨੁਭਵ ਹੈ। ਤੁਸੀਂ ਕੀ ਸੋਚਦੇ ਹੋ ਕਿ ਪੰਜਾਬੀ, ਤੁਹਾਡਾ ਮਾਈਕ ਬੰਦ ਹੋ ਗਿਆ ਸਤਪਾਲ। ਸਤਪਾਲ ਜੀ ਸਵਾਲ ਦੁਬਾਰਾ ਕਰਨਾ ਜੀ। ਮਤਲਬ ਮੈਂ ਕਹਿਣਾ ਚਾਹੁੰਦਾ ਵੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ, ਪੰਜਾਬੀ ਭਾਸ਼ਾ ਨੂੰ ਲੈ ਕੇ, ਪੰਜਾਬੀ ਵਿਰਸੇ ਨੂੰ ਲੈ ਕੇ ਜਿਹੜੇ ਸਾਡੇ ਵਿਦਿਆਰਥੀ ਨੇ, ਨੌਜਵਾਨ ਨੇ, ਉਹਨਾਂ ਦਾ ਕੀ ਰੁਝਾਨ ਹੈ? ਸਤਪਾਲ ਜੀ, ਦੇਖ ਰਹੇ ਹਾਂ ਕਿ ਕੋਈ ਵੀ ਭਾਸ਼ਾ ਜਿੰਨੀ ਦੇਰ ਰੁਜ਼ਗਾਰ ਨਾਲ ਨਹੀਂ ਜੁੜਦੀ, ਉਨੀ ਦੇਰ ਉਸ ਦੀ ਡਿਵੈਲਪਮੈਂਟ ਬਹੁਤ ਔਖੀ ਹੈ। ਪੰਜਾਬੀ ਬੇਸ਼ੱਕ ਰੁਜ਼ਗਾਰ ਨਾਲ ਜੁੜੀ ਹੋਈ ਹੈ, ਇੱਕ ਤਾਂ ਪੰਜਾਬ ਦੇ ਵਿੱਚ, ਜੇ ਵੱਡੇ ਪੱਧਰ ਤੇ ਦੇਖਣਾ ਹੋਵੇ ਤਾਂ ਪੰਜਾਬ ਦੇ ਵਿੱਚ ਹੈ। ਦੂਸਰਾ ਪ੍ਰੋਬਲਮ ਇਹ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਅਸੀਂ ਸਰਕਾਰਾਂ ਦਾ ਪੰਜਾਬੀ ਪ੍ਰਤੀ ਜਿਹੜਾ ਰਵੱਈਆ, ਰੁਖ ਹੈ ਜਿਹੜਾ, ਉਹ ਦੇਖਦੇ ਹਾਂ ਵੀ ਕਿੰਨਾ ਕੁ ਖੁਸ਼ਗਵਾਰ ਹੈ, ਕਿੰਨਾ ਕੁ ਸਾਜ਼ਗਾਰ ਹੈ। ਉਸ ਮਾਹੌਲ ਨੂੰ ਦੇਖਦੇ ਹੋਏ ਜਿਹੜਾ ਅੱਜ ਦਾ ਵਿਦਿਆਰਥੀ ਹੈ, ਜਦੋਂ ਮੈਂ ਕਾਲਜ ਲਾਈਫ ਨੂੰ ਦੇਖਦਾ, ਜਦੋਂ ਮੈਂ ਪੜ੍ਹਾ ਰਿਹਾ ਪਿਛਲੇ 9-10 ਸਾਲ ਦੇ ਐਕਸਪੀਰੀਅੰਸ ਦੇ ਵਿੱਚ, ਤਾਂ ਕੋਈ ਬਹੁਤਾ ਤਸੱਲੀ ਬਖਸ਼ ਨਹੀਂ ਹੈ। ਵਿਦਿਆਰਥੀ ਪੰਜਾਬੀ ਦੀ ਪੜ੍ਹਾਈ ਨੂੰ ਮਜਬੂਰੀ ਬਸ ਪੜ੍ਹ ਰਹੇ ਨੇ, ਕਿਉਂਕਿ 10ਵੀਂ ਤੱਕ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਹੈ ਤੁਹਾਨੂੰ ਕਿਸੇ ਵੀ ਪੋਸਟ ਦੇ ਵਿੱਚ ਪੰਜਾਬ ਦੇ ਵਿੱਚ ਅਪਲਾਈ ਕਰਨ ਦੇ ਲਈ। ਤੇ ਉਸ ਤੋਂ ਬਾਅਦ ਜਿਹੜੇ ਬਾਕੀ ਕੋਰਸਿਸ ਨੇ, ਉਹ ਚਾਹੇ BSc ਹੈ, ਚਾਹੇ BCA ਹੈ, ਚਾਹੇ BCom ਹੈ, ਚਾਹੇ BBA ਹੈ, ਉੱਥੇ ਵੀ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਹੈ। ਤੇ ਸ਼ਾਇਦ ਜੇ ਉਹ ਲਾਜ਼ਮੀ ਵਿਸ਼ੇ ਵਜੋਂ ਨਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਵਿਦਿਆਰਥੀ ਪੰਜਾਬੀ ਪੜ੍ਹਨ ਦਾ ਇੱਛੁਕ ਹੋਏਗਾ, ਜਾਂ ਇਹ ਮੰਨ ਸਕਦੇ ਆ ਕਿ ਅੱਧੇ ਤੋਂ ਜ਼ਿਆਦਾ ਵਿਦਿਆਰਥੀ ਪੰਜਾਬੀ ਵਿਸ਼ਾ ਨਹੀਂ ਲੈਣਗੇ।
ਉਹਨਾਂ ਲਈ ਪੰਜਾਬੀ ਦਾ ਮਾਤ ਭਾਸ਼ਾ ਦਾ ਮਸਲਾ ਹੋਣਾ ਕੋਈ ਮਸਲਾ ਨਹੀਂ ਹੈ। ਉਹਨਾਂ ਲਈ ਆਪਣੀ ਡਿਗਰੀ, ਆਪਣੀ ਨੌਕਰੀ ਸਭ ਤੋਂ ਵੱਡਾ ਮਸਲਾ, ਤੇ ਹਰ ਕਿਸੇ ਲਈ ਹੁੰਦਾ, ਸ਼ਾਇਦ ਆਪਣੇ ਲਈ ਵੀ ਹੋਵੇ। ਪਰ ਸਰਕਾਰਾਂ ਨੇ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਕਿ ਸ਼ਾਇਦ ਬੱਚਿਆਂ ਕੋਲ ਹੋਰ ਕੋਈ ਸਪੇਸ ਨਹੀਂ ਹੈ, ਜਾਂ ਉਹ ਮਜਬੂਰ ਨੇ ਅਜਿਹਾ ਕਰਨ ਲਈ। ਤਾਂ ਬਹੁਤਾ ਤਸੱਲੀ ਬਖਸ਼ ਹੈ ਜਿਹੜਾ ਉਹ ਰੁਝਾਨ ਤਾਂ ਨਹੀਂ ਹੈ, ਪਰ ਅਸੀਂ ਮਾਯੂਸ ਨਹੀਂ ਹੈ। ਜਿੰਨੀ ਕੋਸ਼ਿਸ਼ ਹੁੰਦੀ ਹੈ ਬੱਚਿਆਂ ਨੂੰ ਸਾਹਿਤ ਦੇ ਮਾਧਿਅਮ ਨਾਲ, ਸ਼ੇਅਰਾਂ ਦੇ ਮਾਧਿਅਮ ਨਾਲ, ਕਹਾਣੀਆਂ ਦੇ ਮਾਧਿਅਮ ਨਾਲ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ, ਟੱਚ ਕਰਨ ਦੀ ਕੋਸ਼ਿਸ਼ ਕਰਦੇ ਆ। BA ਦੇ ਵਿੱਚ ਬੱਚਿਆਂ ਨੂੰ ਬੜੇ ਇੰਟਰਸਟਿੰਗ ਤਰੀਕੇ ਨਾਲ ਲਿਟਰੇਚਰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹ ਪੰਜਾਬੀ ਨਾਲ ਜੁੜੇ ਰਹਿਣ। ਪਰ ਜਿਹੜੀ ਸਥਿਤੀ ਹੈ ਉਹ ਕਾਫੀ ਚਿੰਤਾਜਨਕ ਹੈ। ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਜਿਹੜੇ ਸਰਕਾਰੀ ਪੱਧਰ ਤੇ ਮੰਨ ਲਓ ਪੰਜਾਬੀ ਮਾਂ ਬੋਲੀ ਲਈ ਕੁਝ ਨਹੀਂ ਹੋਇਆ, ਠੀਕ ਹੈ, ਸਰਕਾਰਾਂ ਦਾ ਬਹੁਤ ਮਾੜਾ ਰਵੱਈਆ ਰਿਹਾ, ਔਰ ਜਿਹੜੀ ਇਹ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਨਹੀਂ ਬਣ ਸਕੀ, ਇਹ ਠੀਕ ਹੈ। ਪਰ ਇੱਕ ਮੈਨੂੰ ਹੋਰ ਵੀ ਲੱਗਦਾ ਕਿ ਜਿਸ ਤਰ੍ਹਾਂ ਸਾਡੇ ਪ੍ਰੋਫੈਸਰ ਸਾਹਿਬਾਨ ਸੀ, ਵਿਦਵਾਨ ਸੀ, ਕਿਸੇ ਸਮੇਂ ਦੇ ਵਿੱਚ ਜਦੋਂ ਸਰਕਾਰਾਂ ਮਤਲਬ ਪਿੱਛੇ ਹਟਦੀਆਂ ਸੀ ਤਾਂ ਉਹ ਕੰਧ ਬਣ ਕੇ ਖੜ ਜਾਂਦੇ ਸੀ। ਉਹਨਾਂ ਨੇ ਲੜਾਈਆਂ ਲੜੀਆਂ, ਉਹਨਾਂ ਨੇ ਆਪਣੇ ਹੱਕ ਲੜ ਕੇ ਲਏ। ਮੈਨੂੰ ਸਮਕਾਲ ਦੇ ਵਿੱਚ ਕਾਲਜਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਐਜੀਟੇਸ਼ਨ, ਕੋਈ ਇਸ ਤਰ੍ਹਾਂ ਦੇ ਵਿਦਵਾਨ ਲੱਭ ਨਹੀਂ ਰਹੇ ਜਿਹੜੇ ਮੰਨ ਲਓ ਇੱਕ ਖੁਦ ਮਿਸ਼ਨਰੀ ਬਣ ਕੇ ਅੱਗੇ ਆਉਣ, ਜਿਹੜੇ ਵਿਦਿਆਰਥੀਆਂ ਲਈ ਮਿਸਾਲ ਬਣਨ। ਕੀ ਇਸ ਪੱਖ ਤੋਂ ਨਹੀਂ ਕੋਈ ਤੁਹਾਨੂੰ ਲੱਗਦਾ ਹੈ ਕੋਈ ਫਰਕ ਹੈਗਾ? ਬਿਲਕੁਲ ਇਹ ਵੀ ਹੈ ਕਿ ਮਤਲਬ ਕਿ ਜਿਹੜੇ ਕਾਲਜ ਅਧਿਆਪਕ ਨੇ ਉਸ ਤਰ੍ਹਾਂ ਦਾ ਉਹਨਾਂ ਦਾ ਟ੍ਰੀਟਮੈਂਟ ਨਹੀਂ ਰਿਹਾ ਬੱਚਿਆਂ ਪ੍ਰਤੀ ਜਾਂ ਭਾਸ਼ਾ ਪ੍ਰਤੀ। ਪਰ ਇਹਦੀਆਂ ਹੋਰ ਵੀ ਬਹੁਤ ਸਾਰੀਆਂ ਗੁੰਝਲਾਂ ਨੇ। ਜਿਸ ਵੇਲੇ ਦੀ ਤੁਸੀਂ ਗੱਲ ਕਰ ਰਹੇ ਹੋ, ਅੱਜ ਤੋਂ 15 ਸਾਲ ਪਹਿਲਾਂ ਦੀ, ਉਦੋਂ ਕਾਲਜਾਂ ਦੇ ਵਿੱਚ ਜੌਬ ਦਾ, ਭਾਵੇਂ ਜੌਬ ਦਾ ਚੰਗਾ ਹਾਲ ਕਦੇ ਵੀ ਨਹੀਂ ਰਿਹਾ ਹੋਣਾ ਜਾਂ ਕਦੇ ਵੀ ਨਹੀਂ ਰਿਹਾ, ਹਰ ਵੇਲੇ ਜੌਬ ਇਸੇ ਤਰ੍ਹਾਂ ਹੀ ਔਖੀ ਹੁੰਦੀ ਹੈ। ਉਹ ਸਾਨੂੰ ਲੱਗਦਾ ਹੁੰਦਾ ਕਿ ਅੱਜ ਤੋਂ 10-15 ਸਾਲ ਪਹਿਲਾਂ ਬਹੁਤ ਸੌਖੀ ਮਿਲ ਜਾਂਦੀ ਸੀ, ਹੁਣ ਬਹੁਤ ਔਖਾ ਹੋ ਗਿਆ ਜਾਂ ਹੁਣ ਨਹੀਂ ਮਿਲਦੀ, ਇਹੀ ਕੁਛ ਰਿਹਾ ਹਮੇਸ਼ਾ। ਪਰ ਫਿਰ ਵੀ ਜਿਹੜਾ ਹੁਣ ਹਾਲ ਹੈ ਉਹ ਉਸ ਤੋਂ ਵੀ ਜ਼ਿਆਦਾ ਬਦਤਰ ਹੈ। ਅਸੀਂ ਦੇਖ ਰਹੇ ਹਾਂ ਕਿ ਕੋਵਿਡ ਤੋਂ ਬਾਅਦ ਕੀ ਕੁਛ ਵਾਪਰਿਆ। ਕਾਲਜਾਂ ਦੇ ਵਿੱਚ ਸਟਾਫ ਘਟ ਗਿਆ, ਕਾਲਜਾਂ ਦੇ ਵਿੱਚ ਸਟਰੈਂਥ ਘਟ ਗਈ, ਬੱਚਿਆਂ ਦੀ ਗਿਣਤੀ ਘਟ ਗਈ। ਬੱਚੇ ਘੱਟ ਹੋਣ ਦੇ ਕਾਰਨ, ਕਿਉਂਕਿ +2 ਤੋਂ ਬਾਅਦ ਹੀ ਬੱਚੇ ਆਈਲੈਟਸ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ, ਉਹਦੇ ਕਰਕੇ ਜਦੋਂ ਤੁਹਾਡੀ ਨੌਕਰੀ ਹੈ ਜਿਹੜੀ ਉਹ ਸਿਕਿਉਰ ਨਹੀਂ ਹੈ, ਜਾਂ ਤੁਸੀਂ ਹਰ ਵਕਤ ਕਿਸੇ ਸੰਸ਼ੇ ਦੇ ਵਿੱਚ ਹੋ, ਹਰ ਵਕਤ ਕਿਸੇ ਡਰ ਦੇ ਸਾਏ ਦੇ ਹੇਠ ਹੋ, ਤਾਂ ਮੈਨੂੰ ਲੱਗਦਾ ਉਸ ਕਿਸਮ ਦੇ ਕਿਸੇ ਵਿਦਰੋਹ ਜਾਂ ਕਿਸੇ ਐਜੀਟੇਸ਼ਨ ਦਾ ਸਾਹਮਣੇ ਆਉਣਾ ਬਹੁਤ ਔਖਾ ਹੋ ਜਾਂਦਾ। ਦੂਸਰਾ ਇਹ, ਉਹ ਵੀ ਤੁਸੀਂ ਉਦੋਂ ਕਰ ਸਕਦੇ ਹੋ ਜਦੋਂ ਤੁਹਾਡਾ ਸਾਹਮਣੇ ਵਾਲਾ ਉਸ ਚੀਜ਼ ਚਾਹੁੰਦਾ ਹੋਵੇ। ਜਿੰਨੀ ਦੇਰ ਵਿਦਿਆਰਥੀਆਂ ਦੇ ਵਿੱਚ ਇਹ ਚੇਤਨਾ ਨਹੀਂ ਹੈ ਕਿ ਉਹਨਾਂ ਨੂੰ ਕੀ ਚਾਹੀਦਾ, ਅਧਿਆਪਕ ਵੀ ਉਦੋਂ ਹੀ ਖੜਨਗੇ ਉਹਨਾਂ ਨਾਲ। ਅਧਿਆਪਕ ਇਕੱਲਾ ਖੜ ਕੇ ਕੀ ਕਰੇਗਾ, ਕਿਉਂਕਿ ਵਿਦਿਆਰਥੀ ਖੁਦ ਸੁਚੇਤ ਨਹੀਂ ਹੈਗੇ ਇਸ ਚੀਜ਼ ਪ੍ਰਤੀ। ਦੋਵੇਂ ਗੱਲਾਂ ਨੇ, ਇੱਕ ਅਧਿਆਪਕ ਇਨਸਿਕਿਉਰ ਨੇ, ਦੂਸਰਾ ਬੱਚੇ ਇਸ ਪ੍ਰਤੀ ਜਿਹੜੇ ਨੇ ਮਤਲਬ ਕਿ ਕੌਨਸ਼ੀਅਸ ਨਹੀਂ ਹੈਗੇ। ਤੁਸੀਂ ਕਿਹਾ ਵੀ ਵਿਦਿਆਰਥੀ ਚੇਤਨਾ ਆਉਣੀ ਚਾਹੀਦੀ ਹੈ। ਮੈਂ ਸਮਝਦਾ ਵੀ ਪਹਿਲਾਂ ਜਿਹੜੇ ਉਹਨਾਂ ਨੂੰ ਪੜ੍ਹਾਉਣ ਵਾਲੇ ਨੇ ਉਹਨਾਂ ਦੇ ਵਿੱਚ ਚੇਤਨਾ ਆਉਣੀ ਚਾਹੀਦੀ ਹੈ। ਉਹਨਾਂ ਦੇ ਸਾਹਮਣੇ, ਬੱਚਿਆਂ ਦੇ ਸਾਹਮਣੇ ਕੋਈ ਰੋਲ ਮਾਡਲ ਵੀ ਨਹੀਂ। ਦੂਸਰਾ ਸਵਾਲ ਇਹ ਹੈ, ਇੱਕ ਮਿੰਟ, ਕਿ ਜਿਹੜਾ ਵਿਦਿਅਕ ਢਾਂਚਾ ਉਹਦੇ ਵਿੱਚ ਨਿਘਾਰ ਆਇਆ ਹੋਇਆ, ਤੁਸੀਂ PhD ਦੀਆਂ ਡਿਗਰੀਆਂ ਤੇ ਲੈ ਲਓ, ਕਿੰਨਾ ਕਿੰਤੂ ਪਰੰਤੂ ਹੋ ਰਿਹਾ, ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਥੀਸਿਸ ਚੋਰੀ ਹੋ ਰਹੇ ਨੇ, ਔਰ ਕੋਈ ਵੱਡੀ ਸ਼ਖਸੀਅਤ ਕਾਲਜਾਂ ਦੇ ਵਿੱਚ ਤੁਸੀਂ ਮੰਨ ਲਓ ਉਂਗਲਾਂ ਤੇ ਗਿਣ ਸਕਦੇ ਹੋ। ਪਹਿਲਾਂ ਕਿੱਡੇ ਕਿੱਡੇ ਵਿਦਵਾਨ ਫਿਲਾਸਫਰ ਸੀਗੇ ਜਿਨ੍ਹਾਂ ਨੂੰ ਸੁਣਨ ਵਾਸਤੇ ਰਾਤਾਂ ਨੂੰ ਲੋਕ ਮਤਲਬ ਉਡੀਕਦੇ ਰਹਿੰਦੇ ਸੀ ਵਿਦਿਆਰਥੀ। ਕਿਤੇ ਇੱਥੇ ਨਹੀਂ ਤੁਹਾਨੂੰ ਫਰਕ ਲੱਗਦਾ ਕਿ ਜਿੱਥੇ ਸਰਕਾਰਾਂ ਦੀ ਬੇਰੁਖੀ ਹੈ ਤੇ ਜਿੱਥੇ ਜਿਹੜਾ ਆਵਾ ਮੰਡਲ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਫਰਕ ਆ? ਉੱਥੇ ਜਿਹੜਾ ਇੱਕ ਅਧਿਆਪਕ ਹੈ, ਪ੍ਰਾਧਿਆਪਕ ਹੈ, ਉਹਦਾ ਕਿਰਦਾਰ, ਉਹਦਾ ਅਧਿਐਨ, ਉਹਦਾ ਵਿਸ਼ਵਾਸ, ਉਹਦੀ ਸੰਘਰਸ਼ੀਲ ਜਿਹੜੀ ਸਥਿਤੀ ਹੈ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਗਿਰਾਵਟ ਡਿੱਗਿਆ। ਸਤਪਾਲ, ਤੁਸੀਂ ਦੋਵੇਂ ਗੱਲਾਂ ਨੂੰ ਸ਼ਾਇਦ ਅੱਡੋ-ਅੱਡ ਕਰਕੇ ਦੇਖ ਰਹੇ ਹੋ। ਜਿਹੜਾ ਸਰਕਾਰ ਦਾ ਰਵੱਈਆ ਤੇ ਅਧਿਆਪਕ ਦੀ ਜਿਹੜੀ ਨੇਚਰ ਤੇ ਕਿਰਦਾਰ ਦੀ ਤੁਸੀਂ ਗੱਲ ਕਰ ਰਹੇ ਹੋ, ਜਾਂ ਮਤਲਬ ਕਿ PhDਆਂ ਕਿਵੇਂ ਹੋ ਰਹੀਆਂ ਨੇ, ਕਿੰਤੂ ਕੀਤੇ ਜਾ ਰਹੇ ਨੇ, ਉਹਦੀ ਗੱਲ ਕਰ ਰਹੇ ਹੋ। ਦੋਵੇਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਜਦੋਂ ਸਰਕਾਰਾਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਾਨਤਾ ਦਿੰਦੀਆਂ ਨੇ, ਜਿਹੜੀਆਂ ਗਵਰਨਮੈਂਟ ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਫੰਡ ਨਹੀਂ ਦਿੱਤੇ ਜਾਂਦੇ, ਉਹਨਾਂ ਦੇ ਆਰਥਿਕ ਢਾਂਚੇ ਨੂੰ ਖਤਮ ਕੀਤਾ ਜਾਂਦਾ, ਤਾਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਣਗੀਆਂ, ਇਹੋ ਜਿਹੇ ਸਟੂਡੈਂਟ ਸਾਹਮਣੇ ਆਉਣਗੇ, ਇਹੋ ਜਿਹੀ ਖੋਜ ਸਾਹਮਣੇ ਆਏਗੀ, ਇਹੋ ਜਿਹਾ ਅਕਾਦਮਿਕ ਪੱਧਰ ਸਾਹਮਣੇ ਆਏਗਾ ਹੀ ਆਏਗਾ। ਤੇ ਫਿਰ ਜਿਹੋ ਜਿਹਾ ਅਕਾਦਮਿਕ ਪੱਧਰ ਤੇ ਜਿਹੋ ਜਿਹੀ ਖੋਜ ਸਾਹਮਣੇ ਆਏਗੀ, ਉਹਦੇ ਨਤੀਜੇ ਵੀ ਉਹੋ ਜਿਹੇ ਨਿਕਲਣਗੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੀ ਦੇਖ ਲਓ ਕਿ ਆਰਥਿਕ ਨਿਘਾਰ ਦੇ ਵਿੱਚ ਚੱਲ ਰਹੀ ਹੈ। ਜੇ ਇਸ ਦੇ ਕੋਲ ਫੰਡ ਹੁੰਦੇ, ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਉਸ ਤਰ੍ਹਾਂ ਨਾਲ ਉਭਾਰਿਆ ਨਾ ਜਾਂਦਾ,
ਤਾਂ ਸ਼ਾਇਦ ਸਾਡੇ ਕੋਲੇ ਅਕਾਦਮਿਕ ਪੱਧਰ ਉੱਚਾ ਹੁੰਦਾ, ਖੋਜ ਪੱਧਰ ਉੱਚਾ ਹੁੰਦਾ ਤੇ ਸਾਡੇ ਕੋਲੇ ਉਸ ਕਿਸਮ ਦੇ ਟੀਚਰ ਨਾ ਹੁੰਦੇ ਜਿਸ ਕਿਸਮ ਦੇ ਟੀਚਰ ਪੈਦਾ ਕੀਤੇ ਜਾ ਰਹੇ ਨੇ। ਬਿਲਕੁਲ ਲੇਟੈਸਟ ਦੇਖੋ ਕਿ ਜਿਹੜੀਆਂ ਗਵਰਨਮੈਂਟ ਕਾਲਜਾਂ ਦੀਆਂ ਪੋਸਟਾਂ ਆਈਆਂ ਨੇ, ਉਸ ਦੇ ਵਿੱਚ ਸਿਰਫ ਟੈਸਟ ਨੂੰ ਆਧਾਰ ਬਣਾ ਕੇ ਭਰਤੀ ਕੀਤੀ ਜਾ ਰਹੀ ਹੈ। ਕਿਸੇ ਰਿਸਰਚ ਸਕਾਲਰ ਦਾ ਰਿਸਰਚ ਵਰਕ, ਉਹਦਾ ਪਬਲਿਸ਼ ਵਰਕ, ਉਸ ਦਾ ਐਕਸਪੀਰੀਅੰਸ ਗਵਰਨਮੈਂਟ ਕਾਲਜਾਂ ਨੂੰ ਛੱਡ ਕੇ ਬਾਕੀ ਉਸ ਦਾ ਐਕਸਪੀਰੀਅੰਸ ਜਾਂ ਉਸ ਦੀ ਹੋਰ ਐਕਸਟਰਾ ਕੁਆਲੀਫਿਕੇਸ਼ਨ ਹੈ ਜਿਹੜੀ, ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਤੀਜੇ ਕੀ ਆਉਣੇ ਨੇ, ਤਾਂ ਜਾਂ ਇਸ ਦਾ ਭਵਿੱਖ ਕੀ ਹੋਏਗਾ। ਦੀਪਕ, ਲਾਸਟ ਸਵਾਲ ਮੇਰਾ ਇਹ ਹੈ ਇਸ ਪ੍ਰਸੰਗ ਦੇ ਵਿੱਚ ਕਿ ਜਿਹੜੀ ਉਚੇਰੀ ਸਿੱਖਿਆ ਹੈ, ਸਾਡੀ ਮਾਂ ਬੋਲੀ ਹੈ, ਜਾਂ ਜਿਹੜਾ ਕਾਲਜਾਂ ਦਾ ਯੂਨੀਵਰਸਿਟੀ ਇਨਫਰਾਸਟ੍ਰਕਚਰ ਹੈ, ਇਹਦੇ ਭਵਿੱਖ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ? ਇਸ ਦੇ ਭਵਿੱਖ ਬਾਰੇ ਮੈਂ ਮਹਿਸੂਸ ਇਹ ਕਰ ਰਿਹਾ ਕਿ ਜੇ ਸਰਕਾਰਾਂ ਦਾ ਰਵੱਈਆ ਇਹੀ ਰਿਹਾ ਜਿਸ ਤਰ੍ਹਾਂ ਦਾ ਹੋਣਾ ਹੈ, ਤਾਂ ਇਸ ਦੇ ਵਿੱਚ ਹੋਰ ਨਿਗਾਰ ਆਉਣ ਦੀ ਸੰਭਾਵਨਾ, ਕਿਉਂਕਿ ਅਸੀਂ ਦੇਖ ਰਹੇ ਹਾਂ ਪੜ੍ਹਾਉਂਦੇ ਪੜ੍ਹਾਉਂਦੇ ਕਿ ਜਿਸ ਤਰ੍ਹਾਂ ਅੱਜ ਤੋਂ 10 ਸਾਲ ਪਹਿਲਾਂ MA ਦੇ ਵਿਦਿਆਰਥੀ ਹੁੰਦੇ ਸੀ, ਜਿਸ ਤਰ੍ਹਾਂ ਦੇ ਹੁੰਦੇ ਸੀ, ਜਿਹੜੀ ਉਹਨਾਂ ਦੀ ਪੜ੍ਹਾਈ ਪ੍ਰਤੀ ਲਗਨ ਸੀ, ਉਹ ਹੁਣ ਦੇ ਵਿਦਿਆਰਥੀਆਂ 'ਚ ਨਹੀਂ ਹੈ। ਉਹ ਸਿਰਫ ਡਿਗਰੀ ਕਰਨ ਆਉਂਦੇ ਨੇ, ਉਹਨਾਂ ਦਾ ਮਕਸਦ ਸਿਰਫ ਡਿਗਰੀ ਕਰਨਾ, ਗਿਆਨ ਲੈਣਾ, ਸਿੱਖਣਾ ਜਾਂ ਜਾਣਨਾ ਨਹੀਂ ਹੈ। ਕਿਉਂ ਹੋ ਰਿਹਾ? ਕਿਉਂਕਿ ਸਾਡੀਆਂ ਸਰਕਾਰਾਂ ਦਾ ਰਵੱਈਆ ਇਸ ਕਿਸਮ ਦਾ। ਜੇ ਰਵੱਈਆ ਇਹੀ ਰਿਹਾ ਤਾਂ ਨਤੀਜੇ ਨੇ ਜਿਹੜੇ, ਭਵਿੱਖ ਹੈ ਜਿਹੜਾ, ਹੋਰ ਵੀ ਮਾਯੂਸ ਕਰਨ ਵਾਲਾ ਹੋਏ। ਦੀਪਕ, ਇਹ ਕੁਨੀਨ ਵਰਗੀਆਂ ਗੱਲਾਂ ਸੀ, ਤੇ ਮੈਂ ਤੁਹਾਡਾ ਇੱਕ ਪੱਖ ਜਿਹੜਾ ਆਪਣੇ ਦੋਸਤਾਂ ਨਾਲ ਸਾਂਝਾ ਨਹੀਂ ਕਰ ਸਕਿਆ, ਉਹ ਹੈ ਕਵਿਤਾ ਦਾ ਪੱਖ। ਤੁਹਾਡੀ ਗਜ਼ਲ ਨੂੰ ਬਹੁਤ ਸਾਰੇ ਪਾਠਕ ਦੋਸਤ ਮਾਣਦੇ ਨੇ, ਪਰ ਤੁਹਾਡੀਆਂ ਕਵਿਤਾਵਾਂ ਨੂੰ ਬਹੁਤ ਘੱਟ ਲੋਕਾਂ ਨੇ ਪੜ੍ਹਿਆ ਹੋਊਗਾ। ਮੈਨੂੰ ਲੱਗਦਾ ਕਿ ਤੁਹਾਡੀ ਗਜ਼ਲ ਦੇ ਵਿੱਚ ਮੁਸਲਸਲ ਸ਼ੇਅਰ ਘੱਟ ਨੇ, ਪਰ ਤੁਹਾਡੀ ਕਵਿਤਾ ਜਿਹੜੀ ਹੈਗੀ ਹੈ ਉਹ ਰਿਸ਼ਤਿਆਂ ਨੂੰ ਬੜੀ ਬਾਰੀਕੀ ਨਾਲ ਪੇਸ਼ ਕਰਦੀ ਹੈ। ਤਾਂ ਮੈਂ ਸਮਝਦਾ ਕਿ ਤੁਹਾਡੀ ਕੋਈ ਇੱਕ ਨਜ਼ਮ ਜਾਂ ਕਵਿਤਾ ਛੋਟੇ ਆਕਾਰ ਦੀ ਜੇ ਆਪਾਂ ਇੱਥੇ ਸਾਂਝੀ ਕਰੀਏ, ਤਾਂ ਤੁਹਾਡਾ ਜਿਹੜਾ ਇੱਕ ਹੋਰ ਜਿਹੜਾ ਰੂਪ ਹੈ, ਕਾਵਿਕ ਰੂਪ ਹੈ, ਉਹ ਅਸੀਂ ਆਪ ਵੀ ਮੰਨਣਾ ਚਾਹਾਂਗੇ ਤੇ ਆਪਣੇ ਦੋਸਤਾਂ ਨੂੰ ਵੀ ਉਹ ਸੁਣਾਉਣਾ ਚਾਹਾਂਗੇ। ਬਿਲਕੁਲ, ਇੱਕ ਛੋਟੀ ਜਿਹੀ ਕਵਿਤਾ ਮੈਂ ਤੁਹਾਨੂੰ ਸੁਣਾ ਦਿੰਦਾ। ਕਵਿਤਾ ਦਾ ਨਾਮ ਹੈ ਤੰਦਾਂ। ਦੋਵਾਂ ਨੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਬੜੀ ਜ਼ੋਰ ਨਾਲ ਘੁੱਟ ਕੇ ਫੜੀ ਰੱਖਿਆ। ਦੋਵਾਂ ਨੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਬੜੀ ਜ਼ੋਰ ਨਾਲ ਘੁੱਟ ਕੇ ਫੜੀ ਰੱਖਿਆ। ਪਰ ਅੱਜ ਬੜੀ ਦੇਰ ਬਾਅਦ ਪਤਾ ਲੱਗਾ, ਐਵੇਂ ਖਾਲੀ ਮੁੱਠੀਆਂ ਨੂੰ ਸਾਰੀ ਉਮਰ ਘੁੱਟਦੇ ਰਹੇ। ਰਿਸ਼ਤਿਆਂ ਦੀਆਂ ਤੰਦਾਂ ਤਾਂ ਹੱਥਾਂ 'ਚੋਂ ਬੜੀ ਦੇਰ ਦੀਆਂ ਖਿਸਕ ਗਈਆਂ ਸਨ। ਬਹੁਤ ਅੱਛੀ, ਬਹੁਤ ਖੂਬ। ਦੀਪਕ, ਜਦੋਂ ਮੈਂ ਸ਼ੁਰੂ ਦੇ ਵਿੱਚ ਇੱਕ ਸ਼ੇਅਰ ਸਾਂਝਾ ਕੀਤਾ ਸੀ ਤੁਹਾਡੇ ਨਾਲ, ਮਿੱਤਰਾਂ ਨਾਲ, ਤੇ ਉਸ ਤੋਂ ਬਾਅਦ ਹੁਣ 1 ਘੰਟੇ ਬਾਅਦ ਜਿਹੜੇ ਮੈਂ ਤੁਹਾਡੇ ਜਵਾਬ ਸੁਣੇ, ਉਹਦੇ ਵਿੱਚ ਜੋ ਠਰਮਾ ਸੀ, ਸਹਿਜ ਸੀ, ਉਹ ਸ਼ੇਅਰ ਮੇਰਾ ਦੁਬਾਰੇ ਫਿਰ ਦੁਹਰਾਉਣ ਨੂੰ ਜੀ ਕਰਦਾ ਕਿ ਸਲੀਕਾ, ਸ਼ਾਇਰੀ ਤੇ ਸੂਝ ਜੀਣਾ, ਇਹ ਚਾਰੋਂ ਆਉਣ ਅਕਸਰ ਵਕਤ ਪਾ ਕੇ। ਮੈਨੂੰ ਲੱਗਦਾ ਕਿ ਸਲੀਕਾ, ਸ਼ਾਇਰੀ, ਸੂਝ ਤੇ ਜੀਵਨ ਦੇ ਜਿਹੜੇ ਦ੍ਰਿਸ਼ਟੀਕੋਣ ਸਾਡੇ ਨਾਲ ਸਾਂਝੇ ਹੋਏ ਨੇ, ਮੈਨੂੰ ਲੱਗਦਾ ਕਿ ਇਹ ਤੋਂ ਅੱਗੇ ਹੋਰ ਜੋਤ ਜਗੂਗੀ। ਤਾਂ ਮੈਂ ਡਾਕਟਰ ਕੁਲਦੀਪ ਦੀਪ ਹੋਰਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਜਿਹੜੇ ਅੰਤਲੇ ਸ਼ਬਦ ਨੇ ਸਾਡੇ ਨਾਲ ਸਾਂਝੇ ਕਰਨ। ਡਾਕਟਰ ਕੁਲਦੀਪ ਸਿੰਘ ਦੀ। ਸ਼ੁਕਰੀਆ ਸਰ। ਤੁਸੀਂ ਲਗਭਗ 1 ਘੰਟਾ ਬਹੁਤ ਸਾਰੇ ਮਸਲਿਆਂ ਤੇ ਦੀਪਕ ਦਲੇਮਾ ਤੇ ਸਤਪਾਲ ਭੀਖੀ ਦਾ ਡਾਇਲੌਗ ਸੁਣਿਆ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੀਪਕ ਦੇ ਨਿੱਜ ਨਾਲ ਸੰਬੰਧਿਤ ਸੀ ਤੇ ਬਹੁਤ ਸਾਰੀਆਂ ਗੱਲਾਂ ਦੀਪਕ ਦੀ ਸ਼ਾਇਰੀ ਨਾਲ ਸੰਬੰਧਿਤ ਸੀ, ਪਰ ਬਹੁਤ ਸਾਰੀਆਂ ਗੱਲਾਂ ਅੱਜ ਦੇ ਸਾਹਿਤਕ ਤੇ ਸਮਾਜਿਕ ਸਰੋਕਾਰਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਸੀ, ਜਿਨ੍ਹਾਂ ਦਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ। ਜਦੋਂ 2 ਸ਼ਾਇਰ ਜਾਂ 2 ਚਿੰਤਕ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਤਾਂ ਉਹਨਾਂ ਗੱਲਾਂ ਦੇ ਵਿੱਚ ਇਕੱਲੇ ਨਿੱਜੀ ਸਰੋਕਾਰੀ ਸ਼ਾਮਲ ਨਹੀਂ ਹੁੰਦੇ ਹੈਗੇ। ਉਹਨਾਂ ਗੱਲਾਂ ਦੇ ਬਹਾਨਿਆਂ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਉਸ ਸੰਵਾਦ ਦੇ ਵਿੱਚ ਆ ਜਾਂਦੀਆਂ ਨੇ, ਜਿਸ ਸੰਵਾਦ ਦੀ ਅੱਜ ਦੇ ਲੋੜ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਹੈ। ਸੋ ਮੈਂ ਸਾਡੇ ਦੋਨੇ ਸ਼ਾਇਰ ਚਿੰਤਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ
ਕਿ ਇਹਨਾਂ ਨੇ ਬਹੁਤ ਕਮਾਲ ਦੀਆਂ ਗੱਲਾਂ ਕੀਤੀਆਂ। ਸਤਪਾਲ ਨੇ ਬਹੁਤ ਸੋਹਣੇ ਸਵਾਲ ਜਵਾਬ ਕੀਤੇ ਤੇ ਦੀਪਕ ਦਲੇਮਾ ਨੇ ਆਪਣੀ ਸਮਰੱਥਾ ਦੇ ਮੁਤਾਬਕ ਬਹੁਤ ਖੂਬਸੂਰਤ ਜਵਾਬ ਦਿੱਤੇ। ਤੇ ਉਮੀਦ ਵੀ ਕਰਦਾ ਕਿ ਸ਼ਾਇਰੀ ਦਾ ਤੇ ਚਿੰਤਨ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਬਾਦਸਤੂਰ ਚੱਲਦਾ ਰਹੂਗਾ। ਦੀਪਕ ਅੱਜ ਮੋਦੀ ਕਾਲਜ ਦੇ ਵਿੱਚ ਬਤੌਰ ਟੀਚਰ, ਬਤੌਰ ਲੈਕਚਰਰ ਕੰਮ ਕਰ ਰਿਹਾ ਹੈ ਤੇ ਇਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਵੱਡੀਆਂ ਆਸ਼ਾਵਾਂ ਨੇ। ਸ਼ਾਇਰੀ ਦੇ ਖੇਤਰ ਦੇ ਵਿੱਚ ਵੀ ਇਸ ਨੇ ਨਵੀਆਂ ਪੈੜਾਂ ਪਾਉਣੀਆਂ ਨੇ, ਅਧਿਆਪਨ ਦੇ ਖੇਤਰ ਦੇ ਵਿੱਚ ਵੀ ਨਵੀਆਂ ਪੈੜਾਂ ਪਾਉਣੀਆਂ ਨੇ ਤੇ ਆਲੋਚਨਾ ਦੇ ਖੇਤਰ ਦੇ ਵਿੱਚ ਵੀ ਇਹਨੇ ਨਵੀਆਂ ਪੈੜਾਂ ਪਾਉਣੀਆਂ ਨੇ। ਸੋ ਮੈਂ ਦੀਪਕ ਦਲੇਮਾ ਜੀ ਤੁਹਾਡਾ ਬਹੁਤ ਧੰਨਵਾਦੀ ਹਾਂ। ਸਤਪਾਲ ਭਿੱਖੀ ਤੁਹਾਡਾ ਵੀ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸ਼ੁਕਰੀਆ ਜੀ। ਬਹੁਤ ਖੂਬਸੂਰਤ ਸੰਵਾਦ ਰਚਾਇਆ ਜੋ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਪਲੇਟਫਾਰਮ ਤੋਂ ਬਹੁਤ ਸਾਰੇ ਲੋਕਾਂ ਨੇ ਮਾਣਿਆ ਤੇ ਅਗਲੇ ਦਿਨਾਂ ਦੇ ਵਿੱਚ ਵੀ ਉਸ ਨੂੰ ਲੋਕ ਦੇਖਦੇ ਰਹਿਣਗੇ। ਤੇ ਮੈਂ ਬੇਨਤੀ ਵੀ ਕਰਦਾ ਕਿ ਇਹਦਾ ਲਿੰਕ ਜਨਰੇਟ ਕਰਕੇ ਅਸੀਂ ਤੁਹਾਨੂੰ ਵੀ ਭੇਜਾਂਗੇ ਤੇ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਪਲੇਟਫਾਰਮ ਤੇ ਪਹਿਲਾਂ ਹੀ ਲਾਈਵ ਇਹ ਚੱਲ ਰਿਹਾ ਹੈ। ਸੋ ਦੋਨੇ ਥਾਵਾਂ ਤੇ ਬਾਕੀ ਦੋਸਤ ਵਿਜ਼ਿਟ ਕਰਨਗੇ ਤੇ ਤੁਸੀਂ ਵੀ ਇਸ ਨੂੰ ਜ਼ਰੂਰ ਦੇਖਿਓ ਤੇ ਅੱਗੇ ਦੋਸਤਾਂ ਨਾਲ ਸਾਂਝਾ ਕਰਿਓ। ਇੱਕ ਵਾਰੀ ਫੇਰ ਮੇਰੇ ਵੱਲੋਂ ਸ਼ਾਇਰ ਦੀਪਕ ਦਲੇਮਾ ਤੇ ਸ਼ਾਇਰ ਸਤਪਾਲ ਭਿੱਖੀ ਦਾ ਤੇ ਸਾਡੀ ਐਡਮਿਨ ਟੀਮ ਦਾ ਬਹੁਤ ਬਹੁਤ ਧੰਨਵਾਦ। ਇੰਦਰਪ੍ਰੀਤ ਧਾਮੀ ਤੇ ਸੁਖਜੀਵਨ ਹੋਰੀ ਸਾਡੇ ਨਾਲ ਜੁੜੇ ਹੋਏ ਨੇ। ਸਾਰਿਆਂ ਦਾ ਸਿਰਜਣਾਤਮਕ ਸਿੱਖਿਆ ਸੰਸਾਰ ਪਰਿਵਾਰ ਵੱਲੋਂ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ। ਠੀਕ ਹੈ ਜੀ।